ਅੱਜ ਦਾ ਅਨੁਮਾਨ ਜਿਹਦੇ ਤੇ ਅਸੀਂ ਸਿੱਖਣਾ ਹੈ, मजमून जिदे ते असी गल करनी है, जिदे ते सीखना है, वो की है मसीह के बदन की तरक्की। हालेलुया। बाप की मर्जी ये वे कि हर एक बंदा अपना अपना काम पूरा करे। जे इन्ने को गलत किया ते को मैं गलत ना करा। अपनी मर्जी नू पूरा नहीं कर सकता, मैनू बाप की मर्जी नू वेखना पेगा। कम कीए असी राजसबाज बन के जिंदगी गुजारिए ते बच्चियां नू राजसबाजी दे के जाइए। Bringing souls from earth to eternal life. आज दा अनमान जिदे ते असी सीखना है, मजमून जिदे ते असी गल करनी है, जिदे ते सीखना है, वो की है मसीह के बदन की तरक्की। कलीसिया की है, कलीसिया मसीह दा बदन है। ਅੱਜ ਅਸੀਂ ਸਿੱਖਣਾ ਹੈ ਕਿ ਮਸੀਹ ਦੇ ਬਦਨ ਦੀ ਤਰੱਕੀ ਦੇ ਵਿੱਚ ਮੇਰਾ ਕੀ ਰੋਲ ਹੈ, ਮੇਰਾ ਕੀ ਕੰਮ ਹੈ, ਮੈਂ ਕਿਸ ਤਰ੍ਹਾਂ ਤਰੱਕੀ ਦਾ ਵਸੀਲਾ ਬਣ ਸਕਣਾ ਵਾਂ ਮਸੀਹ ਦੇ ਬਦਨ ਦੀ, ਤੇ ਹੁਣ ਤੱਕ ਜਿਹੜੀ ਮੈਂ ਜ਼ਿੰਦਗੀ ਗੁਜ਼ਾਰੀ ਹੈ ਮੈਂ ਇਸ ਬਦਨ ਦੀ ਤਰੱਕੀ ਦਾ ਵਸੀਲਾ ਬਣਿਆ ਵੀ ਵਾਂ ਕਿ ਨਹੀਂ। ਹਾਲੇਲੂਇਆ। ਆਪਣੇ ਨਾਲ ਦੇ ਨੂੰ ਕਹੋ ਅੱਜ ਦੀਆਂ ਗੱਲਾਂ ਧਿਆਨ ਦੇ ਨਾਲ ਸੁਣੀ। एक गल हमेशा याद रखना कि कोई भी कंपनी, कोई भी अदारा, कोई भी बंदा जेड़ा स्टैंडर्ड दे उत्ते काम करदा है, जेड़ा क्वालिटी ते कॉम्प्रोमाइज नहीं करदा, जिन्ने जो किया ते ओही दिता, जिदा म्यार बरकरार है। ऐसियां कंपनियां ने दुनिया दे विच जिथे रिश्वत नहीं चलदी, ऐसियां जगहां ने जिथे गलत गल नहीं बर्दाश्त की जाती, जिथे रिश्तेदारी तल्लुकदारी नहीं वेखी जाती, इहो जिहा ने ते इहो जी कंपनी दे नाल, इहो जी अदारे दे नाल जुड़ के तुसी अगर उन्हां दे स्टैंडर्ड दे मुताबिक काम नहीं करोगे, वो तुहानूं कढ देणगे, वो तुहानूं नहीं रखणगे, अपने अदारे दे विचों काट देणगे, ये कह के कि तुसी उन्हां दे स्टैंडर्ड दे काबिल नहीं हो। इसो याद रखना, सुप्रीम स्टैंडर्ड जेड़ा वो खुदा दा स्टैंडर्ड है, वो खालके कायनात दा स्टैंडर्ड है। उहदे तो वड्डा स्टैंडर्ड किसे दा नहीं है। जेड़ा इंसाफ करने वाला है, जेड़ा मुहब्बत करने वाला है, जेड़ा गयूर है, जेड़ा इंसाफ करने वाला है, वो स्टैंडर्ड ते खलोता है हमेशा। तो उस स्टैंडर्ड तो बाद कदी भी गल नहीं करता, कदी भी स्टैंडर्ड तो बाहर नहीं जाएगा। ना वो गया है ते ना वो जाएगा ते ना वो जाता है। हाँ, उन्होंने पसंद आने वास्ते, उहदे नाल जुड़न वास्ते, उहदे नाल रहन वास्ते, ਉਹਨੂੰ ਚੰਗਾ ਲੱਗਣ ਵਾਸਤੇ ਮੈਨੂੰ ਆਪਣਾ ਸਟੈਂਡਰਡ ਮੇਨਟੇਨ ਕਰਨਾ ਪੈਣਾ ਹੈ, ਮੈਨੂੰ ਆਪਣੇ ਆਪ ਨੂੰ ਬਿਹਤਰ ਕਰਨਾ ਪੈਣਾ ਹੈ। ਅਗਰ ਮੈਂ ਬਿਹਤਰ ਨਹੀਂ ਕਰਾਂਗਾ ਤੇ ਫਕਤ ਮੈਂ ਉਹਦਾ ਨਾਂ ਇਸਤੇਮਾਲ ਕਰ ਸਕਣਾ ਵਾ, ਪਰ ਉਹ ਮੇਰੇ ਨਾਲ ਨਹੀਂ ਹੈ। ਮੈਂ ਬਾਜ਼ੂਕਾਤ ਕੁਝ ਲੋਕਾਂ ਨੂੰ ਅਸੀਂ ਤੁਸੀਂ ਵੀ ਦੇਖਿਆ ਹੋਣਾ ਹੈ, ਜਿਹੜੇ ਬਾਜ਼ੂਕਾਤ ਗੱਲ ਕਰਦੇ ਨੇ ਤੇ ਕਿਸੇ ਦੀ ਵੀ ਗੱਲ ਇਸ ਤਰ੍ਹਾਂ ਕਰ ਦਿੰਦੇ ਨੇ ਕਿ ਹਾਂ ਮੈਨੂੰ ਜਾਣਦਾ ਏ, ਮੈਨੂੰ ਉਹਦਾ ਪਤਾ ਏ, ਪਰ ਅਸਲ ਦੇ ਵਿੱਚ ਉਹ ਨਹੀਂ ਹੁੰਦਾ। ਨਾ ਉਹਨੂੰ ਜਾਣਦਾ ਹੁੰਦਾ, ਨਾ ਉਹਦੀ ਕੋਈ ਤਲਕਦਾਰੀ ਉਹਦੇ ਨਾਲ ਹੁੰਦੀ ਹੈ, ਪਰ ਬਾਜ਼ ਔਕਾਤ ਲੋਕ ਗੱਲ ਕਰ ਦਿੰਦੇ ਨੇ ਇਹੋ ਜੀ। ਪਰ ਇਹੋ ਜੀ ਗੱਲ ਕਰਨ ਵਾਲਾ ਅਸਲ ਦੇ ਵਿੱਚ ਜਦੋਂ ਉਹ ਚੀਜ਼ਾਂ ਸਾਹਮਣੇ ਆਣਗੀਆਂ ਉਹਨੂੰ ਸ਼ਰਮਿੰਦਗੀ ਚੁੱਕਣੀ ਪਏਗੀ। ਇਸੇ ਤਰ੍ਹਾਂ ਯਿਸੂ ਮਸੀਹ ਦਾ ਨਾਂ ਲੈ ਕੇ ਚੱਲਣਾ, ਖੁਦਾ ਦਾ ਨਾਂ ਲੈ ਕੇ ਚੱਲਣਾ ਕਿ ਉਹ ਸਾਡੇ ਨਾਲ ਏ, ਉਹ ਸਾਡੇ ਨਾਲ ਏ, ਉਹ ਹਮੇਸ਼ਾ ਤੋਂ ਸਾਡੇ ਨਾਲ ਏ, ਉਹ ਸਾਡੀ ਰਖਵਾਲੀ ਕਰਦਾ ਹੈ, ਉਹ ਸਾਡਾ ਸਾਥ ਦਿੰਦਾ ਹੈ। ਅਸੀਂ ਇਹ ਕਹਿੰਦੇ ਰਹੀਏ ਪਰ ਅਸੀਂ ਉਹਦੇ ਸਟੈਂਡਰਡ ਦੇ ਮੁਤਾਬਕ ਨਾ ਹੋਈਏ, ਪ੍ਰੋਬਲਮ ਆਏਗੀ। ਇੱਕ ਟਾਈਮ ਆਏਗਾ ਜਿਹੜੇ ਟਾਈਮ ਦੇ ਵਿੱਚ ਜਾ ਕੇ ਤੁਹਾਨੂੰ ਸ਼ਰਮਿੰਦਗੀ ਚੁੱਕਣੀ ਪਏਗੀ, ਤੁਹਾਨੂੰ ਸ਼ਰਮਿੰਦਗੀ ਉਠਾਣੀ ਪਏਗੀ। ਇਸ ਤੋਂ ਆਪਣੇ ਨਾਲ ਦੇ ਨੂੰ ਕੋ ਆਪਣਾ ਸਟੈਂਡਰਡ ਬਰਕਰਾਰ ਰੱਖ, ਆਪਣਾ ਮਿਆਰ ਬਰਕਰਾਰ ਰੱਖ। ਆਪਣੇ ਨਾਲ ਦੇ ਨੂੰ ਕਹੋ, ਉਹਨੂੰ ਕਹੋ ਆਪਣਾ ਮਿਆਰ ਬਰਕਰਾਰ ਰੱਖ। हालेलुया, ये जरूरी है। हालेलुया।
ਤੁਸੀਂ ਮੇਰੇ ਨਾਲ देखोगे पहला करंथियों 12 बाब ਉਹਦੀ 27 आयत। इसी तरह तुम मिलकर मसीह का बदन हो और फर्दन फर्दन अज़ा हो। आमीन। इसी तरह ਤੁਸੀਂ ਕੀ ਹੋ? ਮਸੀਹ ਦਾ ਬਦਨ ਹੋ। ਤੇ ਤੁਸੀਂ ਕੀ ਮਤਲਬ ਕਿ ਤੁਸੀਂ ਉਹਦੇ ਬਦਨ ਦੇ ਅਜ਼ਾ ਹੋ, ਤੁਸੀਂ ਉਹਦਾ ਬਦਨ ਹੋ। ਤੁਸੀਂ ਕੀ ਹੋ? ਤੁਸੀਂ ਮਸੀਹ ਦੇ ਬਦਨ ਦਾ ਹਿੱਸਾ ਹੋ। ਤੁਸੀਂ ਕੀ ਹੋ? ਤੁਸੀਂ ਉਹਦਾ ਬਦਨ ਹੋ। ਹੁਣ ਤੁਸੀਂ ਮੈਨੂੰ ਦੱਸੋ ਕਿ ਮੈਂ ਜੇ ਮਸੀਹ ਦੇ ਬਦਨ ਦਾ ਹਿੱਸਾ ਵਾਂ, ਮੈਂ ਹਮੇਸ਼ਾ ਇਸ ਚੀਜ਼ ਨੂੰ ਵੇਖਾਂ ਕਿ ਜੇ ਮੈਂ ਉਹਦਾ ਬਦਨ ਵਾਂ, ਬਦਨ ਦਾ ਹਿੱਸਾ ਹੁੰਦੇ ਹੋਏ ਆਇਆ ਕਿ ਮੈਂ ਮੁਰਦਾ ਤੇ ਨਹੀਂ ਆ। ਹੁਣ ਮੁਰਦਾ ਚੀਜ਼ ਜਿਹੜੀ ਹੈ, ਜਦੋਂ ਅਸੀਂ ਦੇਖਨੇ ਆ ਦੁਨੀਆ ਦੇ ਵਿੱਚ, ਜਦੋਂ ਕੋਈ ਮਰ ਜਾਂਦਾ ਦੁਨੀਆ ਤੋਂ ਕੂਚ ਕਰ ਜਾਂਦਾ, ਚਲਾ ਜਾਂਦਾ ਹੈ, ਦੁਨੀਆ ਤੋਂ ਚਲਾ ਜਾਂਦਾ ਹੈ, ਤੇ ਦੁਨੀਆ ਤੋਂ ਜਾਂਦੇ ਹੋਏ ਬੰਦਾ ਜਿਹੜਾ ਮਰ ਜਾਏ ਉਹਨੂੰ ਕੋਈ ਪਰਵਾਹ ਨਹੀਂ ਹੈ ਕਿ ਸਾਰੇ ਰੋ ਰਹੇ ਨੇ, ਉਹਨੂੰ ਕੋਈ ਪਰਵਾਹ ਨਹੀਂ ਹੈ ਬਿਜਲੀ ਦਾ ਬਿੱਲ ਆਇਆ ਹੈ ਉਹ ਦੇਣਾ, ਉਹਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ ਹੈ। ਉਹਨੂੰ ਨਹੀਂ ਪਤਾ ਘਰ ਕਿਸ ਤਰ੍ਹਾਂ ਚੱਲ ਰਿਹਾ। ਜਿਹੜਾ ਮਰ ਗਿਆ ਉਹਨੂੰ ਇਸ ਗੱਲ ਦੀ ਕੋਈ ਕਦਰ ਨਹੀਂ, ਉਹਨੂੰ ਫਿਕਰ ਨਹੀਂ, ਉਹਨੂੰ ਕਿਸੇ ਵੀ ਚੀਜ਼ ਦੀ ਫਿਕਰ ਨਹੀਂ। ਕਿਉਂ? ਕਿਉਂਕਿ ਉਹ ਚਲਾ ਗਿਆ, ਉਹ ਮੁਰਦਾ ਹੈ। ਹੁਣ ਮੁਰਦਾ ਨੂੰ ਨਹੀਂ ਪਤਾ ਕਿ ਨਿਜ਼ਾਮ ਕੀ ਹੈ, ਫੈਮਿਲੀ ਕਿੰਨ ਚੱਲੇਗੀ ਮੇਰੇ ਜਾਣ ਤੋਂ ਬਾਅਦ, ਕੀ ਹੋਏਗਾ, ਉਹਨੂੰ ਕੋਈ ਪਰਵਾਹ ਨਹੀਂ ਹੈ, ਉਹਨੂੰ ਨਹੀਂ ਪਤਾ ਇਸ ਗੱਲ ਦਾ। ਇਸੇ ਤਰ੍ਹਾਂ ਹੀ ਅਗਰ ਮੈਂ ਮਸੀਹ ਦਾ ਬਦਨ ਵਾਂ, ਬਾਈਬਲ ਕਵੇ ਕਿ ਤੁਸੀਂ ਕੀ ਹੋ? ਤੁਸੀਂ ਮਸੀਹ ਦਾ ਬਦਨ ਹੋ। ਹੁਣ ਤੁਸੀਂ ਮਸੀਹ ਦਾ ਬਦਨ ਹੁੰਦੇ ਹੋਏ ਤੁਸੀਂ ਇਸ ਗੱਲ ਦੀ ਫਿਕਰ ਨਾ ਕਰੋ ਕਿ ਮੈਂ ਇਸ ਬਦਨ ਦੀ ਬੜੋਤਰੀ ਵਾਸਤੇ, ਇਹਦੇ ਵਾਧੇ ਵਾਸਤੇ, ਇਹਦੀ ਬਿਹਤਰੀ ਵਾਸਤੇ ਮੈਂ ਕੰਮ ਕੀ ਕਰ ਰਿਹਾ ਵਾਂ, ਮੇਰਾ ਕੀ ਰੋਲ ਹੈ, ਮੇਰਾ ਕੀ ਕਿਰਦਾਰ ਹੈ, ਇਹਦੀ ਨਸ਼ੋ-ਨੁਮਾ ਵਾਸਤੇ, ਇਹਨੂੰ ਵਧਾਉਣ ਵਾਸਤੇ, ਇਹਦੀ ਤਰੱਕੀ ਵਾਸਤੇ ਮੇਰਾ ਕਿਰਦਾਰ ਕੀ ਹੈ, ਮੈਂ ਰੋਲ ਕੀ ਪਲੇ ਕਰਨਾ, ਤੇ ਫਿਰ ਮੈਂ ਮੁਰਦਾ ਵਾ। ਅਗਰ ਮੈਂ ਮਸੀਹ ਦਾ ਬਦਨ ਹੁੰਦੇ ਹੋਏ ਇਸ ਗੱਲ ਨੂੰ ਨਹੀਂ ਸਮਝਿਆ ਕਿ ਮੈਂ ਫਾਇਦਾ ਕੀ ਦਿੱਤਾ ਬਾਦਸ਼ਾਹੀ ਨੂੰ, ਮੈਂ ਉਹਦੇ ਕੰਮਾਂ ਵਾਸਤੇ ਇਸਤੇਮਾਲ ਕਿਤੇ ਹੋਇਆ, ਮੈਂ ਹੋਇਆ ਜਾਂ ਨਹੀਂ ਹੋਇਆ, ਅਗਰ ਮੈਂ ਇਸ ਗੱਲ ਨੂੰ ਨਹੀਂ ਸੋਚਿਆ, ਅਗਰ ਮੈਂ ਸੋਚ ਕੇ ਜਾਣ ਕੇ ਚੱਲਿਆ ਨਹੀਂ, ਮੈਂ ਆਪਣੇ ਕੰਮਾਂ ਨੂੰ ਕੀਤਾ ਨਹੀਂ, ਇਹਦਾ ਮਤਲਬ ਮੈਂ ਮੁਰਦਾ ਹਿੱਸਾ ਵਾਂ, मैं मसीह दे बदन दा मुर्दा हिस्सा वा। क्योंकि बाइबल च साफ साफ लिखिया कि सोने वाले जाग और मुर्दों में से जी उठ। ਹੁਣ ਜਿਹੜੇ ਮੁਰਦੇ ਕਬਰਾਂ ਦੇ ਵਿੱਚ ਨੇ ਇਹ ਉਹਨਾਂ ਦੀ ਗੱਲ ਨਹੀਂ ਹੈ, ਇਹ ਉਹ ਮੁਰਦੇ ਨੇ ਜਿਹੜੇ ਬਜ਼ਾਤੇ ਤੇ ਜ਼ਿੰਦਾ ਨੇ, ਜਿਹੜੇ ਨਜ਼ਰ ਜ਼ਿੰਦਾ ਆ ਰਹੇ ਨੇ, ਜਿਹੜੇ ਚੱਲ ਫਿਰ ਰਹੇ ਨੇ, ਆ ਜਾ ਰਹੇ ਨੇ, ਕੰਮ ਕਰ ਰਹੇ ਨੇ, ਦੁਨੀਆਦਾਰੀ ਦੇ ਨਿਜ਼ਾਮ 'ਚ ਨੇ, ਹਰ ਇੱਕ ਕੰਮ ਤੇ ਜਿਹੜੇ ਕਰ ਰਹੇ ਨੇ, ਹਰ ਇੱਕ ਕੰਮ ਕਰਨ ਦੇ ਬਾਵਜੂਦ, ਦੁਨੀਆ ਦੇ ਵਿੱਚ ਜ਼ਿੰਦਗੀ ਗੁਜ਼ਾਰਨ ਦੇ ਬਾਵਜੂਦ ਵੀ ਉਹ ਮੁਰਦਾ ਹੈ जिन्हें मसीह दे बदन दी तरक्की दे विच रोल प्ले नहीं किया, जिन्हें मसीह दे बदन नू उच्चा करने वास्ते काम नहीं किया, जिन्हें ओदे नाम नू उच्चा करने वास्ते कुर्बानी नहीं दी, जिन्हें अपना रोल प्ले नहीं किया, जिन्हें अपना किरदार अदा नहीं किया, वो मुर्दा है। हुण मसीह दे बदन दी तरक्की किस तरह होएगी? जदों मुर्दे जागणगे, ਜਦੋਂ ਮੁਰਦੇ ਜਾਗਣਗੇ, ਜਦੋਂ ਲੋਕ ਇਸ ਗੱਲ ਨੂੰ ਸਮਝਣਗੇ ਕਿ ਮੇਰੀਆਂ ਜ਼ਿੰਮੇਵਾਰੀਆਂ ਕੀ ਨੇ, ਜਦੋਂ ਲੋਕ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣਗੇ ਤੇ ਜਿਹੜੀ ਜ਼ਿੰਮੇਵਾਰੀਆਂ ਨੂੰ ਸਮਝ ਕੇ ਆਪਣੇ ਕੰਮਾਂ ਨੂੰ ਕਰਨਾ ਸ਼ੁਰੂ ਕਰਨਗੇ, ਇਹਦਾ ਮਤਲਬ ਹੁਣ ਉਹ ਜ਼ਿੰਦਾ ਏ, ਇਹਦਾ ਮਤਲਬ ਹੁਣ ਉਹਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਏ, ਇਹਦਾ ਮਤਲਬ ਹੁਣ ਸਾਹ ਚੱਲਣ ਲੱਗ ਪਏ ਨੇ, ਇਹਦਾ ਮਤਲਬ ਉਹ ਜਿਹੜੀ ਵੱਡੀ ਬਿਮਾਰੀ ਦੇ ਵਿੱਚ ਸੀ ਉਸ ਬਿਮਾਰੀ ਚੋਂ ਬਾਹਰ ਨਿਕਲ ਆਇਆ ਉਹ, ਇਹਦਾ ਮਤਲਬ ਕਿ ਉਹਨੇ ਜ਼ਿੰਦਗੀ ਨੂੰ ਜੀਣਾ ਸ਼ੁਰੂ ਕੀਤਾ ਏ। ਯਿਸੂ ਮਸੀਹ ਨੇ ਕਿਹਾ ਅਗਰ ਤੂੰ ਮੇਰੇ ਕੋਲੋਂ ਮੰਗਦੀ ਤੇ ਮੈਂ ਕੀ ਕਰਦਾ, ਮੈਂ ਤੈਨੂੰ ਜ਼ਿੰਦਗੀ ਦਾ ਪਾਣੀ ਦਿੰਦਾ, ਮੈਂ ਤੈਨੂੰ ਉਹ ਪਾਣੀ ਦਿੰਦਾ ਕਿ ਉਹਨੂੰ ਪੀ ਕੇ ਤੂੰ ਦੂਸਰਿਆਂ ਦੀ ਪਿਆਸ ਬੁਝਾਉਣ ਵਾਲਾ ਹੋ ਜਾਂਦਾ। ਹਾਲੇਲੂਇਆ, ਹਾਲੇਲੂਇਆ, ਜ਼ੋਰਦਾਰ ਤਾਲੀਆਂ ਖੁਦਾਵੰਦ ਯਿਸੂ ਮਸੀਹ ਵਾਸਤੇ। ਤੇ ਮਕਸਦ ਹੈ ਕਿ ਮੈਂ ਕੀ ਕਰਾਂ, ਮੈਂ ਇਸ ਗੱਲ ਨੂੰ ਆਪਣੀ ਜ਼ਿੰਦਗੀ 'ਚ ਯਾਦ ਰੱਖਾਂ ਕਿ ਜੇ ਮੈਂ ਮਸੀਹ ਦਾ ਬਦਨ ਵਾਂ, ਮਸੀਹ ਦੇ ਬਦਨ ਨੂੰ, ਮਸੀਹ ਦੇ ਉਸ ਬਦਨ ਨੂੰ ਮੈਂ ਫਾਇਦਾ ਕੀ ਦਿੱਤਾ ਏ, ਮੇਰਾ ਕਿਰਦਾਰ ਕੀ ਹੈ ਬਦਨ ਦੇ ਵਿੱਚ, ਮੇਰਾ ਕੰਮ ਕੀ ਹੈ। ਜਿਸ ਤਰ੍ਹਾਂ ਘਰ ਦੇ ਵਿੱਚ ਇੱਕ ਬੰਦਾ ਹੋਏ,
ਇੱਕ ਬੱਚਾ ਐਸਾ ਹੋਏ ਜਿਹਨੇ ਕਦੀ ਘਰ ਦੇ ਕੰਮਾਂ ਦੀ ਪਰਵਾਹ ਨਾ ਕੀਤੀ ਹੋਏ, ਜਿਹੜਾ ਨਲਾਇਕ ਹੋਏ, ਜਿਹੜਾ ਆਪਣੀਆਂ ਮਰਜ਼ੀਆਂ ਕਰਦਾ ਹੋਏ, ਜਿਹਨੇ ਕਦੀ ਕੰਮ ਨਾ ਕੀਤਾ ਹੋਏ, ਜਿਹੜਾ ਸਿਰਫ ਜਿਹਨੂੰ ਇਹ ਪਤਾ ਕਿ ਮੈਂ ਰੋਟੀ ਖਾਣੀ ਹੈ ਤੇ ਮੈਂ ਕੱਪੜੇ ਪਾਣੇ ਨੇ। ਇਹੋ ਜਿਹੇ ਬੱਚਿਆਂ ਦਾ ਘਰ ਦੇ ਵਿੱਚ ਕੋਈ ਏਡਾ ਖਾਸ ਕੋ ਵਜੂਦ ਨਹੀਂ ਹੁੰਦਾ। ਘਰ ਦੇ ਫੈਸਲੇ ਵੀ ਈਵਨ ਕਿ ਇਹਨਾਂ ਨੂੰ ਦੱਸਣ ਪੁੱਛਣ ਤੋਂ ਬਗੈਰ ਕੀਤੇ ਜਾਂਦੇ ਨੇ। ਹਾਂ, ਪਰ ਜਿਹੜੇ ਲਾਇਕ ਹੁੰਦੇ ਨੇ, ਜਿਹੜੇ ਜ਼ਿੰਮੇਦਾਰ ਹੁੰਦੇ ਨੇ, ਜਿਹੜੇ ਕੰਮਾਂ ਨੂੰ ਪੂਰਾ ਕਰਦੇ ਨੇ, ਉਹਨਾਂ ਨੂੰ ਹਰ ਇੱਕ ਚੀਜ਼ ਦਾ ਪਤਾ ਹੁੰਦਾ ਹੈ। ਉਹਨਾਂ ਦੇ ਸਿਰਾਂ ਤੇ ਜ਼ਿੰਮੇਦਾਰੀਆਂ ਹੁੰਦੀਆਂ। ਉਹਨਾਂ ਨੂੰ ਕਿਹਾ ਜਾਂਦਾ ਹੈ ਪੁੱਤਰ ਤੂੰ ਇਹ ਕਰਨਾ ਏ। ਤੇ ਫਿਰ ਬਾਈਬਲ ਦੇ ਵਿੱਚ ਇਹ ਗੱਲ ਇਹ ਹੈ ਕਿ ਖੁਦਾ ਕੀ ਕਰਦਾ ਏ? ਖੁਦਾ ਜਦੋਂ ਵੀ ਕੁਝ ਕਰਦਾ ਹੈ ਉਹ ਆਪਣੇ ਨਬੀਆਂ ਦੇ ਉੱਤੇ ਜ਼ਾਹਰ ਕਰਦਾ ਏ। ਉਹ ਚੀਜ਼ਾਂ ਨੂੰ ਜ਼ਾਹਰ ਕਰਦਾ ਏ ਜਦੋਂ ਵੀ ਉਹ ਕੁਝ ਕਰਦਾ ਏ। ਇਹਦਾ ਮਤਲਬ ਉਹ ਜ਼ਾਹਰ ਕਰਦਾ ਏ, ਤੇ ਜਿਨ੍ਹਾਂ ਤੇ ਜ਼ਾਹਰ ਕਰਦਾ ਉਹ ਕੀ ਨੇ? ਉਹ ਲਾਇਕ ਨੇ, ਉਹ ਇਸ ਕਾਬਲ ਨੇ ਕਿ ਉਹਨਾਂ ਤੇ ਜ਼ਾਹਰ ਕੀਤਾ ਜਾਏ। ਤੇ ਜਿਹੜੇ ਕਾਬਲ ਨੇ ਉਹਨਾਂ ਤੇ ਜ਼ਾਹਰ ਕੀਤਾ ਜਾਂਦਾ। ਤੇ ਅਸੀਂ ਅੱਜ ਆਪਣੀਆਂ ਜ਼ਿੰਦਗੀਆਂ ਤੇ ਗੌਰ ਕਰੀਏ ਕਿ ਆਇਆ ਮੈਂ ਇਸ ਕਾਬਲ ਵਾਂ ਕਿ ਬਾਪ ਮੇਰੇ ਤੱਕ ਕੋਈ ਗੱਲ ਪਹੁੰਚਾਏ, ਮੈਨੂੰ ਕੁਝ ਦੱਸੇ, ਉਹਦਾ ਕੋਈ ਮਨਸੂਬਾ ਮੇਰੇ ਤੱਕ ਪਹੁੰਚੇ, ਮੇਰੀ ਜ਼ਿੰਦਗੀ 'ਚ ਬਿਹਤਰੀ ਆਏ, ਮੈਂ ਬਿਹਤਰ ਤੌਰ ਨਾਲ ਚੱਲ ਸਕਾਂ। ਮੇਰੀ ਜ਼ਿੰਦਗੀ ਕਿਸ ਮੋੜ ਤੇ ਵੇ ਤੇ ਮੈਂ ਜਿਹੜੇ ਲੈਵਲ ਤੇ ਹੈਗਾ ਮੈਂ ਹੁਣ, ਮੈਂ ਜਿਹੜੇ ਲੈਵਲ ਤੇ ਜ਼ਿੰਦਗੀ ਗੁਜ਼ਾਰ ਰਿਹਾ, ਅਗਲੇ 6 ਮਹੀਨੇ ਬਾਅਦ, 1 ਸਾਲ ਬਾਅਦ ਮੈਂ ਕਿੱਥੇ ਹੋਵਾਂਗਾ? ਕਿਉਂਕਿ ਅਗਰ ਬਾਪ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਨਾਕਾਮ ਨਹੀਂ ਰਹਿ ਸਕਦਾ, ਮੈਂ ਥੋੜੇ ਟਾਈਮ ਵਾਸਤੇ ਲੋਕਾਂ ਨੂੰ ਨਾਕਾਮ ਨਜ਼ਰ ਆ ਸਕਣਾ ਵਾ, ਮੈਂ ਥੋੜੇ ਟਾਈਮ ਵਾਸਤੇ ਲੋਕਾਂ ਨੂੰ ਲੱਗ ਸਕਣਾ ਵਾ ਕਿ ਇਹ ਤੇ ਨਿਕੰਮਾ ਜਿਹਾ, ਇਹ ਤੇ ਕਿਸੇ ਕੰਮ ਦਾ ਹੀ ਨਹੀਂ ਹੈ, ਇਹ ਤੇ ਹੋ ਸਕਦਾ ਮੇਰੇ ਨਾਲ। ਪਰ ਮੈਂ 2022 ਚ ਵੀ, 23 ਚ ਵੀ, 24 ਚ ਵੀ, 25 ਚ ਵੀ, 26 ਚ ਵੀ, 27 ਇਸੇ ਤਰ੍ਹਾਂ ਸਾਲ ਬ ਸਾਲ ਮੈਂ ਨਾਕਾਮ ਹੀ ਰਵਾਂ। ਇਹਦਾ ਮਤਲਬ ਕਿੱਥੇ ਕਮੀ ਹੈ, ਕੋਈ ਫਾਲਟ ਵੇ ਮੇਰੀ ਜ਼ਿੰਦਗੀ 'ਚ। ਹਾਲੇਲੂਇਆ, ਹਾਲੇਲੂਇਆ, ਜ਼ੋਰਦਾਰ ਤਾਲੀਆਂ ਖੁਦਾਵੰਦ ਯਿਸੂ ਮਸੀਹ ਵਾਸਤੇ। ਬਾਈਬਲ 'ਚ ਲਿਖੀ ਜਾਏ ਕਿ ਖੁਦਾ ਕਿਸੇ ਨੂੰ ਬਦੀ ਤੋਂ ਅਜ਼ਮਾਉਂਦਾ ਨਹੀਂ ਹੈ, ਕਿਸੇ ਨੂੰ ਖੁਦਾ ਅਜ਼ਮਾਉਂਦਾ ਨਹੀਂ ਹੈ। ਕਲਾਮ 'ਚ ਲਿਖੀ ਜਾਏ ਕਿ ਜਦੋਂ ਕੋਈ ਅਜ਼ਮਾਇਆ ਜਾਏ ਤੇ ਇਹ ਨਾ ਕਵੇ ਕਿ ਮੇਰੀ ਅਜ਼ਮਾਇਸ਼ ਖੁਦਾ ਲਵਾਈ ਹੈ। ਕਿਉਂ? ਕਿਉਂਕਿ ਖੁਦਾ ਕਿਸੇ ਨੂੰ ਵੀ ਬਦੀ ਤੋਂ ਨਹੀਂ ਅਜ਼ਮਾਉਂਦਾ। ਯਕੂਬ ਦੇ ਵਿੱਚ ਲਿਖਿਆ ਹੈ। ਅੱਛਾ, ਇੱਥੇ ਅਸੀਂ ਪੜ੍ਹਨੇ ਆ ਕਿ ਖੁਦਾ ਅਜ਼ਮਾਉਂਦਾ ਨਹੀਂ ਹੈ, ਪਰ ਸਾਨੂੰ ਨਜ਼ਰ ਆਉਂਦਾ ਹੈ ਅਯੂਬ ਨੂੰ ਅਜ਼ਮਾਉਂਦਾ ਹੈ। ਉਹ ਅਯੂਬ ਦੀ ਅਜ਼ਮਾਇਸ਼ ਹੋਈ, ਅਬਰਾਹਮ ਨੂੰ ਉਹਨੇ ਬੁਲਾਇਆ ਤੇ ਉਹਨੂੰ ਅਜ਼ਮਾਇਆ। ਅਸੀਂ ਵੇਖਿਆ ਉਹਨੇ ਅਜ਼ਮਾਇਆ ਹੈ। ਉਹਨੇ ਸਦਰਕ ਮੇਸ਼ਕ ਅਬਦਨਗੋ ਨੂੰ ਅਜ਼ਮਾਇਆ ਹੈ, ਦਾਨੀਅਲ ਨੂੰ ਅਜ਼ਮਾਇਆ ਹੈ। ਉਹ ਤੇ ਸਾਰਿਆਂ ਨੂੰ ਅਜ਼ਮਾਉਂਦਾ ਹੈ ਤੇ ਬਾਈਬਲ 'ਚ ਲਿਖਿਆ ਕਿ ਉਹ ਨਹੀਂ ਅਜ਼ਮਾਉਂਦਾ। ਹੁਣ ਸਮਝਣਾ ਹੈ ਇਸ ਗੱਲ ਨੂੰ, ਉਹ ਅਜ਼ਮਾਉਂਦਾ ਕਿੰਨਾਂ ਨੂੰ? ਉਹ ਰਾਸਤਬਾਜ਼ਾਂ ਨੂੰ ਅਜ਼ਮਾਉਂਦਾ ਹੈ ਹਮੇਸ਼ਾ। ਜਿਹੜੇ ਉਹਦੇ ਨੇ ਉਹ ਉਹਨਾਂ ਨੂੰ ਅਜ਼ਮਾਉਂਦਾ ਏ। ਉਹ ਨਾਰਾਜ਼ਗੀ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਕਦੀ ਨਹੀਂ ਅਜ਼ਮਾਏਗਾ, ਉਹ ਰਾਸਤਬਾਜ਼ਾਂ ਨੂੰ ਅਜ਼ਮਾਏਗਾ। ਤੇ ਜਦੋਂ ਜਦੋਂ ਉਹ ਰਾਸਤਬਾਜ਼ਾਂ ਨੂੰ ਅਜ਼ਮਾਏਗਾ, ਉਹਦੀ ਅਜ਼ਮਾਇਸ਼ ਦੇ ਵਿੱਚੋਂ ਜਦੋਂ ਉਹ ਕੱਢੇਗਾ, ਉਹਨਾਂ ਨੂੰ ਕਿਸੇ ਅਗਲੇ ਲੈਵਲ ਤੇ ਲੈ ਜਾਏਗਾ। ਉਹ ਸੇਮ ਨਹੀਂ ਰਹਿਣਗੇ, ਨਾ ਉਹ ਸੇਮ ਰਹਿਣਗੇ, ਨਾ ਉਹ ਪਿੱਛੇ ਆਣਗੇ। ਬਲਕਿ ਜਦੋਂ ਅਜ਼ਮਾਇਸ਼ ਖੁਦਾ ਵੱਲੋਂ ਹੋਏਗੀ, ਉਸ ਅਜ਼ਮਾਇਸ਼ ਚੋਂ ਜਦੋਂ ਬੰਦਾ ਨਿਕਲੇਗਾ, ਉਹ ਉੱਚਾ ਕੀਤਾ ਜਾਏਗਾ। ਤੁਸੀਂ ਬਾਈਬਲ ਦੇ ਵਿੱਚ ਹਰ ਇੱਕ ਨੂੰ ਵੇਖੋ, ਜਿਹੜੇ ਖੁਦਾ ਦੇ ਲੋਕ ਸਨ, ਜਿਹੜੇ ਉਹਦੇ ਵਫਾਦਾਰ ਸਨ, ਖੁਦਾ ਨੇ ਜਿੱਥੇ ਜਿੱਥੇ ਉਹਨਾਂ ਨੂੰ ਅਜ਼ਮਾਇਆ ਹੈ, ਅਜ਼ਮਾਇਸ਼ ਦੇ ਵਿੱਚੋਂ ਕੱਢਣ ਤੋਂ ਬਾਅਦ ਉਹਨਾਂ ਨੂੰ ਇੱਕ ਅਗਲੇ ਲੈਵਲ ਤੇ ਪਹੁੰਚਾਇਆ ਹੈ। ਤੇ ਅਗਰ ਮੈਂ ਦਾਅਵੇਦਾਰ ਵਾਂ ਕਿ ਮੇਰੀ ਅਜ਼ਮਾਇਸ਼ ਖੁਦਾ ਵੱਲੋਂ ਹੈ, ਤੇ ਜੇ ਮੇਰੀ ਅਜ਼ਮਾਇਸ਼ ਖੁਦਾ ਵੱਲੋਂ ਹੈ ਤੇ ਫਿਰ ਮੇਰਾ ਲੈਵਲ ਕਿੱਥੇ ਵੇ? ਮੈਂ ਵਧਿਆ ਕਿਉਂ ਨਹੀਂ ਆ? ਮੇਰੀ ਜ਼ਿੰਦਗੀ 'ਚ ਬਿਹਤਰੀ ਕਿਉਂ ਨਹੀਂ ਆਈ? ਤੇ ਅਗਰ ਨਹੀਂ ਆਈ, ਫਿਰ ਮੈਨੂੰ ਸੋਚਣਾ ਪਏਗਾ ਕਿ ਮੈਂ ਉਹ ਤੇ ਨਹੀਂ ਆ ਜਿਹਦੇ ਬਾਰੇ ਲਿਖਿਆ ਏ ਕਿ ਉਹ ਅਜ਼ਮਾਉਂਦਾ ਨਹੀਂ ਹੈ। ਕਿਤੇ ਮੈਂ ਉਹ ਤੇ ਨਹੀਂ ਆ ਜਿਹਦੀ ਅਜ਼ਮਾਇਸ਼ ਸ਼ੈਤਾਨ ਵੱਲੋਂ ਹੈ, ਜਿਹਨੂੰ ਸ਼ੈਤਾਨ ਨੇ ਆਪਣੇ ਚੱਕਰਾਂ 'ਚ ਫਸਾਇਆ ਹੈ ਤੇ ਨਾ ਆਂਡਿਆ ਖੁਦਾ ਦਾ। ਕਿਤੇ ਮੈਂ ਉਹ ਤੇ ਨਹੀਂ ਆ। ਇਸੋ ਯਾਦ ਰੱਖਣਾ ਕਿ ਮਸੀਹੀ ਜ਼ਿੰਦਗੀ ਇਹ ਵੇ ਕਿ ਵਕਤ ਦੇ ਨਾਲ ਨਾਲ ਤੁਹਾਡੀ ਜ਼ਿੰਦਗੀਆਂ ਦੇ ਵਿੱਚ ਬਿਹਤਰੀ ਆਣੀ ਚਾਹੀਦੀ ਏ। ਤੇ ਅਗਰ ਬਿਹਤਰੀ ਨਹੀਂ ਆ ਰਹੀ ਤੇ ਫਿਰ ਇਹਦਾ ਮਤਲਬ ਕੀ ਏ? ਇਹਦਾ ਮਤਲਬ ਏ ਕਿ ਨਾਰਾਜ਼ਗੀ ਤੁਹਾਡੀ ਜ਼ਿੰਦਗੀ ਦੇ ਵਿੱਚ ਵੇ। ਅਗਰ ਤੁਸੀਂ ਨਾਰਾਜ਼ਗੀ ਨੂੰ ਕੱਢ ਲਿਆ, ਫਿਰ ਅਗਲਾ ਸਟੈਪ ਇਹਦੇ ਤੋਂ ਤੁਹਾਨੂੰ ਦੁਆ ਕਰਨ ਵਾਲਾ ਬਣਨਾ ਪਏਗਾ।
ਦੁਆ ਕਰਨ ਵਾਲੇ ਬਣ ਗਏ, ਤੁਹਾਨੂੰ ਇਬਲੀਸ ਦਾ ਮੁਕਾਬਲਾ ਕਰਨ ਵਾਲੇ ਬਣਨਾ ਪਏਗਾ। ਇਹਨਾਂ ਚੀਜ਼ਾਂ ਨੂੰ ਜਦੋਂ ਤੁਸੀਂ ਫੁੱਲਫਿਲ ਕਰੋਗੇ, ਵਕਤ ਦੇ ਨਾਲ ਨਾਲ ਚੀਜ਼ਾਂ ਬਦਲਣਗੀਆਂ, ਹਾਲਾਤ ਬਦਲਣਗੇ, ਜ਼ਿੰਦਗੀ ਬਿਹਤਰ ਹੋਏਗੀ। ਹਾਲੇਲੂਇਆ। ਇਸ ਤੋਂ ਜ਼ਰੂਰਤ ਇਸ ਗੱਲ ਦੀ ਹੈ ਕਿ ਅਸੀਂ ਜਾਣੀਏ ਇਸ ਗੱਲ ਨੂੰ ਕਿ ਖੁਦਾ ਕੀ ਕਰਦਾ ਏ। ਉਹ ਕਦੀ ਨਹੀਂ ਅਜ਼ਮਾਉਂਦਾ, ਉਹ ਆਪਣੇ ਲੋਕਾਂ ਨੂੰ ਅਜ਼ਮਾਉਂਦਾ ਏ, ਉਹ ਰਾਸਤਬਾਜ਼ਾਂ ਨੂੰ ਅਜ਼ਮਾਉਂਦਾ ਏ। ਤੇ ਜਦੋਂ ਰਾਸਤਬਾਜ਼ਾਂ ਦੀ ਅਜ਼ਮਾਇਸ਼ ਉਹ ਕਰਦਾ ਏ ਤੇ ਫਿਰ ਉਹਨਾਂ ਨੂੰ ਵਧਾਉਂਦਾ ਏ। ਤੇ ਮਕਸਦ ਏ ਕਿ ਅਗਰ ਮੈਂ ਮਸੀਹ ਦਾ ਬਦਨ ਵਾਂ, ਮੇਰੀਆਂ ਅਜ਼ਮਾਇਸ਼ਾਂ ਹੋ ਰਹੀਆਂ ਨੇ, ਮੈਂ ਅਜ਼ਮਾਇਸ਼ਾਂ ਦੇ ਵਿੱਚ ਹੀ ਫਸਿਆ ਰਹਿਣਾ ਵਾ, ਮੈਂ ਪ੍ਰੋਬਲਮ ਚ ਗਿਆ ਤਾਂ ਮੈਂ ਸੋਚਣਾ ਸ਼ੁਰੂ ਕਰਾਂ, ਮੈਂ ਦੁਆ ਕਰਨਾ ਸ਼ੁਰੂ ਕਰਾਂ, ਮੈਂ ਰੋਜ਼ੇ ਰੱਖਣਾ ਸ਼ੁਰੂ ਕਰਾਂ ਤੇ ਮੈਂ ਜਾਣਨ ਦੀ ਕੋਸ਼ਿਸ਼ ਕਰਾਂ ਕਿ ਫਾਲਟ ਹੈ ਕਿੱਥੇ ਵੇ। ਹਾਲੇਲੂਇਆ, हालेलुया। पहला कुरिन्थियों 6 बाब 1 आयत तो 10 आयत तक। क्या तुम में से किसी को ये ज़रूरत है कि जब दूसरे के साथ मुकदमा हो तो फैसला के लिए बेदीनों के पास जाए और मुकद्दसों के पास ना जाए? क्या तुम नहीं जानते कि मुकद्दस लोग दुनिया का इंसाफ करेंगे? हालेलुया। हुण मामला की है, इस गल नूं समझना कि मसीह दा बदन ਜਿਹੜਾ ਹੈ ਉਹ ਤਰੱਕੀ ਕਿਸ ਤਰ੍ਹਾਂ ਕਰੇਗਾ। ਹੁਣ ਮਸੀਹ ਦੇ ਬਦਨ ਦੇ ਸਾਰੇ ਨਿਜ਼ਾਮ ਨੂੰ ਅਸੀਂ ਸਮਝਣਾ ਹੈ। ਇਸ ਨਿਜ਼ਾਮ ਦੇ ਵਿੱਚ ਜਿਹੜੀ ਪੋਜੀਸ਼ਨਸ ਨੇ, ਅਸੀਂ ਉਸ ਪੋਜੀਸ਼ਨਸ ਨੂੰ ਸਮਝਾਂਗੇ, ਹਰ ਇੱਕ ਚੀਜ਼ ਨੂੰ ਉਹਦੇ ਲੈਵਲ ਤੇ ਜਾਣਾਂਗੇ, ਆਪਣੇ ਆਪ ਨੂੰ ਸਮਝਾਂਗੇ, ਅਗਲੇ ਨੂੰ ਸਮਝਾਂਗੇ, ਭਰਾਵਾਂ ਨੂੰ ਸਮਝਾਂਗੇ। ਹਰ ਇੱਕ ਬੰਦੇ ਨੂੰ ਜਦੋਂ ਅਸੀਂ ਸਮਝਾਂਗੇ ਫਿਰ ਅਸੀਂ ਤਰੱਕੀ ਵੱਲ ਜਾਵਾਂਗੇ, ਫਿਰ ਅਸੀਂ ਸਮਝ ਪਾਵਾਂਗੇ ਕਿ ਅਸੀਂ ਕਰਨਾ ਕੀ ਹੈ। ਹੁਣ ਬਾਈਬਲ ਦੇ ਵਿੱਚ ਕਲੀਸਿਆ ਦੀ ਤਰੱਕੀ ਵਾਸਤੇ ਬਾਈਬਲ ਚ ਲਿਖਿਆ ਹੈ ਕਿ ਉਸਤਾਦ ਮੁਕਰਰ ਕੀਤੇ ਗਏ, ਰਸੂਲ ਤੇ ਨਬੀ ਦਿੱਤੇ ਗਏ, ਜਿਹੜੇ ਕੀ ਸਨ, ਜਿਹੜੇ ਕਲੀਸਿਆ ਦਾ ਸਿਰ ਹੁੰਦੇ ਸਨ। ਬਾਈਬਲ ਦੇ ਮੁਤਾਬਕ ਜਿਹੜੇ ਪਾਸਟਰਸ ਨੇ ਉਹ ਕੀ ਨੇ? ਉਹ ਕਲੀਸਿਆ ਦਾ ਹੈਡ ਹੈ, ਉਹ ਕਲੀਸਿਆ ਦਾ ਸਿਰ ਹੈ। ਹੁਣ ਉਸ ਸਿਰ ਦੇ ਕੰਟਰੋਲ ਦੇ ਵਿੱਚ ਰਹਿ ਕੇ ਕਲੀਸਿਆਈ ਨਿਜ਼ਾਮ ਸਾਰਾ ਬਣਦਾ ਹੈ। ਉਹਦੇ ਕੰਟਰੋਲ ਦੇ ਵਿੱਚ ਰਹਿ ਕੇ ਹਰ ਇੱਕ ਨੇ ਆਪਣੀ ਪੋਜੀਸ਼ਨ ਨੂੰ ਸਮਝਣਾ ਹੈ। ਹਰ ਇੱਕ ਪੋਜੀਸ਼ਨ ਜਦੋਂ ਆਪਣਾ ਆਪਣਾ ਕੰਮ ਕਰੇਗੀ ਫਿਰ ਕਲੀਸਿਆ ਦੀ ਤਰੱਕੀ ਹੋਏਗੀ। ਹੁਣ ਇੱਥੇ ਨਿਜ਼ਾਮ ਕੀ ਹੈ? ਇੱਥੇ ਨਿਜ਼ਾਮ ਕੀ ਦੁਬਾਰਾ ਪੜਿਆ ਜਾਏਗਾ, ਇਸ ਗੱਲ ਨੂੰ ਬੜੇ ਧਿਆਨ ਦੇ ਨਾਲ ਸੁਣਨਾ। क्या तुम में से किसी को ये ज़रूरत है कि जब दूसरे के साथ मुकदमा हो तो फैसला के लिए बेदीनों के पास जाए और मुकद्दसों के पास ना जाए? क्या तुम नहीं जानते कि मुकद्दस लोग दुनिया का इंसाफ करेंगे? बस जब तुमको दुनिया का इंसाफ करना है तो क्या छोटे से छोटे झगड़ों के भी फैसल करने के लायक नहीं? हालेलुया। ਹੁਣ ਬਾਈਬਲ ਚ ਲਿਖਿਆ ਹੈ ਕਿ ਮਾਮਲਾ ਕੀ ਹੈ। ਕਲੀਸਿਆ ਦੇ ਵਿੱਚ ਜਦੋਂ ਕੋਈ ਮਾਮਲਾ ਬਣੇ ਤੇ ਕੀਤਾ ਕੀ ਜਾਏ, ਜਿਹੜੇ ਫੈਸਲੇ ਨੇ, ਜਿਹੜੇ ਮੁਕੱਦਮਾਤ ਨੇ, ਜਿਹੜੇ ਮੁਕੱਦਮੇ ਨੇ, ਅਗਰ ਕਿਸੇ ਨੂੰ ਪ੍ਰੋਬਲਮ ਹੈ, ਅਗਰ ਕੋਈ ਮਾਮਲਾ ਹੈ ਤੇ ਕਲੀਸਿਆ ਦੇ ਵਿੱਚ ਜਿਹੜੇ ਰਹਿਨੁਮਾ ਨੇ ਉਹਨਾਂ ਦੇ ਕੋਲ ਜਾਇਆ ਜਾਏ, ਫੈਸਲਿਆਂ ਨੂੰ ਲੈ ਕੇ ਉਹਨਾਂ ਦੇ ਕੋਲ ਜਾਇਆ ਜਾਏ। ਇਹ ਨਹੀਂ ਕਿ ਗੈਰ ਇਮਾਨਦਾਰਾਂ ਕੋਲ ਜਾਇਆ ਜਾਏ, ਇਹ ਨਹੀਂ ਕਿ ਉਹਨਾਂ ਦੇ ਕੋਲ ਜਾਇਆ ਜਾਏ ਜਿਹੜੇ ਨਲਾਇਕ ਨੇ ਉਹਨਾਂ ਦੇ ਕੋਲ ਜਾਇਆ ਜਾਏ, ਜਿਹੜੇ ਸ਼ਰੀਅਤ ਚੋਂ ਬਾਹਰ ਨੇ ਉਹਨਾਂ ਦੇ ਕੋਲ ਜਾਇਆ ਜਾਏ, ਜਿਹੜੇ ਬੇਦੀਨ ਨੇ, ਜਿਹੜੇ ਦੀਨਦਾਰੀ ਦੇ ਨਾਲ ਨਹੀਂ ਜ਼ਿੰਦਗੀ ਗੁਜ਼ਾਰਦੇ, ਜਿਹੜੇ ਉਹ ਨੇ ਜਿਹੜੇ ਕਲਾਮ ਦੀ ਪਰਵਾਹ ਨਹੀਂ ਕਰਦੇ, ਕਿੰਨਾਂ ਦੇ ਕੋਲ ਫੈਸਲਾ ਜਾਏ? ਫੈਸਲਾ ਉਹਨਾਂ ਦੇ ਕੋਲ ਜਾਏ ਜਿਹੜੇ ਦੀਨਦਾਰੀ ਦੇ ਵਿੱਚ ਰਹਿੰਦੇ ਨੇ। ਕਿਉਂ? ਬਾਈਬਲ ਚ ਲਿਖਿਆ ਕਿ ਤੁਹਾਨੂੰ ਨਹੀਂ ਪਤਾ ਕਿ ਤੁਹਾਡੇ ਅਗਰ ਛੋਟੇ ਛੋਟੇ ਮਸਲੇ ਨੇ, ਜਿਹੜੇ ਕਲੀਸਿਆਵਾਂ ਦੇ ਵਿੱਚ ਜਿਹੜੇ ਮਸਲੇ ਨੇ, ਉਹਨਾਂ ਮਸਲਿਆਂ ਨੂੰ ਜੇ ਤੁਹਾਡੇ ਕੋਲ ਹੱਲ ਨਹੀਂ ਕੀਤਾ ਜਾਂਦਾ ਤੇ ਤੁਸੀਂ ਵੱਡੇ ਮੁਕੱਦਮਿਆਂ ਨੂੰ ਕਿਸ ਤਰ੍ਹਾਂ ਉਹਨਾਂ ਦੇ ਫੈਸਲੇ ਕਰ ਸਕਦੇ ਹੋ? ਤੁਸੀਂ ਕਿਸ ਤਰ੍ਹਾਂ ਚੀਜ਼ਾਂ ਨੂੰ ਸਹੀ ਕਰਕੇ ਲੈ ਕੇ ਚੱਲੋਗੇ? ਤੁਹਾਨੂੰ ਕੀ ਕਰਨਾ ਪਏਗਾ? ਤੁਸੀਂ ਛੋਟੀਆਂ ਚੀਜ਼ਾਂ ਨੂੰ ਸਮਝੋਗੇ, ਉਹਨਾਂ ਦੇ ਫੈਸਲੇ ਕਰੋ। ਫਿਰ ਅਗਲੀ ਗੱਲ ਇਹ ਹੈ ਕਿਉਂ? ਉਹਦੀ ਵਜ੍ਹਾ ਕੀ? ਉਹਦੀ ਵਜ੍ਹਾ ਇਹ ਕਿ ਜਿਹੜੇ ਮੁਕੱਦਸ ਲੋਕ ਨੇ ਉਹਨਾਂ ਨੇ ਕੀ ਕਰਨਾ? ਉਹਨਾਂ ਨੇ ਦੁਨੀਆ ਦਾ ਇਨਸਾਫ ਕਰਨਾ ਹੈ। ਦੁਨੀਆ ਦਾ ਇਨਸਾਫ ਜਿਨ੍ਹਾਂ ਨੇ ਕਰਨਾ ਹੈ ਉਹ ਆਪਣੇ ਮੁਕੱਦਮੇ ਲੈ ਕੇ ਕਿਸੇ ਹੋਰ ਦੇ ਅੱਗੇ ਤੁਰੇ ਹੋਣ, ਇਹ ਗਲਤ ਹੈ। ਕਲੀਸਿਆ ਦਾ ਮਤਲਬ ਇਹ ਵੀ ਕਿ ਕਲੀਸਿਆ ਦੇ ਵਿੱਚ ਜਿਹੜੇ ਰਹਿਨੁਮਾ ਖੜੇ ਕੀਤੇ ਗਏ, ਜਿਹੜੇ ਲੋਕ ਨੇ, ਜਿਹੜੇ ਕਬੀਨਾ ਦੇ ਲੋਕ ਨੇ, ਜਿਨ੍ਹਾਂ ਨੂੰ ਪੋਜੀਸ਼ਨਸ ਦਿੱਤੀਆਂ ਗਈਆਂ, ਕਦੀ ਵੀ ਕੋਈ ਮਾਮਲਾ ਬਣੇ ਤੇ ਸਾਰੇ ਆਪਣੇ ਮੁਕੱਦਮਿਆਂ ਨੂੰ ਲੈ ਕੇ ਉਹਨਾਂ ਦੇ ਕੋਲ ਜਾਣ ਜਿਹੜੇ ਕਲੀਸਿਆ ਦੇ ਵਿੱਚ ਖੜੇ ਨੇ, ਜਿਨ੍ਹਾਂ ਨੂੰ ਅਪਾਇੰਟ ਕੀਤਾ ਗਿਆ, ਜਿਨ੍ਹਾਂ ਨੂੰ ਖੜੇ ਕੀਤਾ ਗਿਆ ਕਿ ਤੁਸੀਂ ਕੀ ਕਰੋ?
ਤੁਸੀਂ ਇਹਨਾਂ ਦੇ ਕੋਲ ਜਾਣਾ ਹੈ। ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਪ੍ਰੋਬਲਮ ਬਣੇ ਤੇ ਤੁਸੀਂ ਕੀ ਕਰਨਾ? ਤੁਸੀਂ ਉਹਨਾਂ ਦੇ ਕੋਲ ਜਾਣਾ ਹੈ। ਤੁਸੀਂ ਉਹਨਾਂ ਇਮਾਨਦਾਰਾਂ ਦੇ ਕੋਲ ਜਾਣਾ ਹੈ ਜਿਹੜੇ ਚਰਚ ਦੇ ਉਹ ਰੁਕਨ ਨੇ, ਜਿਹੜੇ ਨਾਲ ਜੁੜੇ ਨੇ। ਜਦੋਂ ਜ਼ਿੰਦਗੀ 'ਚ ਕੋਈ ਮਾਮਲਾ ਖਰਾਬ ਹੋਏ, ਲੜਾਈ ਝਗੜੇ ਦਾ ਮਾਮਲਾ, ਕੋਈ ਵੀ ਮਾਮਲਾ ਬਣੇ, ਤੁਸੀਂ ਉੱਥੇ ਜਾਣਾ ਹੈ। ਈਵਨ ਕਿ ਇੱਕ ਗੱਲ ਯਾਦ ਰੱਖਣਾ, ਜਿੰਨੇ ਵੀ ਅਸੀਂ ਲੋਕ ਵਾਂ, ਈਵਨ ਕਿ ਅਗਰ ਵੋਟਿੰਗ ਵਾਲਾ ਨਿਜ਼ਾਮ ਸ਼ੁਰੂ ਹੋਏ, ਇਲੈਕਸ਼ਨਾਂ ਦੇ ਮਾਮਲਾਤ ਵੀ ਜਦੋਂ ਹੋਣ, ਤੇ ਕਿਸੇ ਦਾ ਵੋਟ ਉਹ ਕਲੀਸਿਆ ਦੇ ਹੈਡ ਨੂੰ ਪੁੱਛਣ ਤੋਂ ਬਗੈਰ ਨਾ ਜਾਏ ਕਿਸੇ ਕੋਲ। ਇਹ ਕਾਨੂੰਨ ਹੈ। ਜਿਹੜਾ ਤੁਹਾਡਾ ਹੈਡ ਹੈ, ਜਿਹੜਾ ਅਪਾਇੰਟ ਕੀਤਾ ਗਿਆ, ਇਹ ਸਾਰੇ ਫੈਸਲੇ ਜਿਹੜੇ ਕੀਤੇ ਜਾਣ ਉਹ ਬੈਠ ਕੇ ਉਹਨਾਂ ਦੇ ਹੋਣ। ਤੇ ਜਦੋਂ ਕੋਈ ਇਹੋ ਜਿਹੀ ਗੱਲ ਕਰੇ, ਤੁਸੀਂ ਡਾਇਰੈਕਟ ਕਹਿ ਸਕਦੇ ਹੋ ਕਿ ਸਾਡਾ ਜਿਹੜਾ ਹੈਡ ਹੈ, ਸਾਡੇ ਚਰਚ ਦੀ ਜਿਹੜੀ ਕਬੀਨਾ ਹੈ, ਅਸੀਂ ਉਹਨਾਂ ਨੂੰ ਪੁੱਛਾਂਗੇ, ਉਹ ਜਿੱਧਰ ਕਹਿਣਗੇ ਅਸੀਂ ਉਧਰ ਜਾਣਾ ਹੈ। ਤੁਹਾਡੇ ਫੈਸਲੇ ਇਮਾਨਦਾਰਾਂ ਦੇ ਵਿੱਚ ਰਹਿਣ, ਤੁਹਾਡੇ ਫੈਸਲੇ ਚਰਚ ਦੇ ਵਿੱਚ ਰਹਿਣ। ਹੁਣ ਇਹ ਸਾਰਾ ਕੁਝ ਕਰਨ ਵਾਸਤੇ ਕਰਨਾ ਕੀ ਪੈਣਾ ਹੈ? ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਕੀ ਹੈ? ਅਸੀਂ ਆਪਣੀ ਆਪਣੀ ਪੋਜੀਸ਼ਨ ਨੂੰ ਸਮਝੀਏ ਤੇ ਹਰ ਇੱਕ ਇਮਾਨਦਾਰੀ ਦੇ ਨਾਲ ਇਹੋ ਜਿਹਾ ਬਣ ਕੇ ਜ਼ਿੰਦਗੀ ਗੁਜ਼ਾਰੇ ਕਿ ਲੋਕਾਂ ਦਾ ਇਤਮਾਦ ਉਸ ਬੰਦੇ ਤੇ ਹੋਏ ਕਿ ਨਹੀਂ, ਯਾਰ ਇਹ ਬੰਦਾ ਠੀਕ ਹੈ। ਜਿਹੜੇ ਬੰਦੇ ਕੋਲ ਅਸੀਂ ਚੱਲੇ ਆ ਮੁਕੱਦਮਾ ਲੈ ਕੇ, ਲਾਈਕ ਕਿਸੇ ਵੀ ਕਿਸਮ ਦਾ ਅੱਗੇ ਨਿਜ਼ਾਮ ਹੋਏ ਤੇ ਸਾਨੂੰ ਪਤਾ ਹੋਏ ਉਹ ਚਰਚ ਦੇ ਕੋਲ ਫੈਸਲਾ ਆਏ ਤੇ ਚਰਚ ਜਿਹੜਾ ਹੈ ਉਹਨਾਂ ਚੀਜ਼ਾਂ ਨੂੰ ਪ੍ਰੋਵਾਈਡ ਕਰੇ। ਚਰਚ ਹੀ ਉਹ ਲੋਕ ਦੇ, ਉਹ ਬੰਦੇ ਦੇ ਜਿਹੜਾ ਉਹਨਾਂ ਸਾਰੀਆਂ ਚੀਜ਼ਾਂ ਨੂੰ ਵੇਖ ਰਿਹਾ ਹੋਏ। ਉਹ ਸਾਰੀਆਂ ਚੀਜ਼ਾਂ ਨੂੰ ਵੇਖੇ। ਉਹ ਨਿੱਜੀ ਜਿੰਨੇ ਮਾਮਲਾਤ ਹੋਣ, ਉਹ ਸਰਕਾਰੀ ਮਾਮਲਾਤ ਹੋਣ, ਉਹ ਜਿੰਨੇ ਵੀ ਹੋਣ, ਉਹ ਸਾਰੇ ਉੱਥੋਂ ਆ ਕੇ ਕਲੀਅਰ ਕੀਤੇ ਜਾਣ। ਉਹ ਕਲੀਸਿਆ ਦੇ ਕੋਈ ਵੀ ਮਾਮਲਾਤ ਹੋਣ, ਉਹ ਆ ਕੇ ਰੁਕਣ ਕਿੱਥੇ? ਉਹ ਚਰਚ ਦੇ ਵਿੱਚ ਆ ਕੇ ਖਤਮ ਹੁੰਦੇ ਹੋਣ। ਉਹ ਕਿਸੇ ਵੀ ਲਿਹਾਜ਼ ਦੇ ਨਾਲ ਕੋਈ ਵੀ ਮਾਮਲਾ ਉਹ ਉੱਥੇ ਆ ਕੇ ਠੀਕ ਹੋ ਰਿਹਾ ਹੋਏ। ਇਹ बाइबली कानून है। हालेलुया जी। क्या तुम नहीं जानते कि हम फरिश्तों का इंसाफ करेंगे? तो क्या हम दुनियावी मामले फैसल ना करें? बस अगर तुम में दुनियावी मुकदमे हों तो क्या उनको मुनसिफ मुकर्रर करो, ये जो कलीसिया में हकीर समझे जाते हैं। हाँ, फिर वही गल आ गई, आया कि कलीसिया दे विच हकीर समझे जाने वाले बंदे नूं असीं फैसले वते रखांगे, जिहदी कलीसिया दे विच इज्जत ना होए, जिन्हें को पुछदा ना होए, या जिन्हें अपना म्यार जिंदगी दा इहो जिहा बनाया होए कि लोग ट्रस्ट ना करदे होण, ओहदे च यकीन ना करदे होण ओहदे ते। इस तो करना की पेगा, हर एक नूं अपनी अपनी पोजीशन नूं सामने रखते हुए चीज़ां नूं समझना पेगा कि आसमानी मामलात दे विच फिर एक गल है कि तुसीं फरिश्तियां तक दा इंसाफ करना एक वड्डी गल है, एक अलग पेज ते आपां इहदे ते गल नहीं, आपां सिर्फ दुनिया दे मामलात ते रहने आ कि दुनिया दे निजाम दे विच कि असीं ओहदे कोल फैसला लैके नहीं जा सकते जिहड़ा हकीर समझिया जाए कलीसिया दे विच। इस तो हर एक बंदे नूं जिहड़ा चर्च दे विच ओह इहो जिहा बण के जिंदगी गुजारे कि कलीसिया दे विच जिहड़े लोग ने ओह ट्रस्ट कर सकन, ओहदे ते यकीन कर सकन, उन्हें पता होए कि इस बंदे दे कोल जदों मेरा फैसला जाएगा, मेरी गल जाएगी ते बड़ा इंसाफ करेगा, ये इंसाफ दे नाल मेरे मुकदमे नूं मेरे वास्ते लड़ेगा, मेरे वास्ते बोलेगा, मेरे वास्ते खड़ा होएगा, ये सारियां चीज़ां नूं करेगा। एक चीज़ां करन दे नाल होएगा कि ये चीज़ां करन दे नाल मसीह दा बदन है जिहड़ा ओह इकट्ठा होएगा, ओह इत्तेफाक दे विच बजेगा। जिथे लीडरां दी हां होएगी उत्थे उन्हां दी हां होएगी, ते फिर लीडरां दी जिम्मेदारी होएगी, जिहड़े लीडर होणगे उन्हां दी जिम्मेदारी होएगी कि ओह चीज़ां नूं बेहतर तरीके नाल लैके चलन। हुण की लिखिया है कि आया कि जिहड़ा हकीर है कलीसिया दे विच, तुसीं अपने मुकदमे उन्हां दे कोल लैके जाओगे। इसो कलीसिया नूं की करना पेगा, कलीसिया नूं इंसाफ करने वाला बनना पेगा। क्यों? क्योंकि इंसाफ दी बड़ी वड्डी पोजीशन है, जिहड़ी पोजीशन है वो खुदा वल्लों है, क्योंकि बाइबल च लिखिया है कि खुदा इंसाफ करने वाला खुदा है। ते जे खुदा इंसाफ करने वाला खुदा है, इहदा मतलब ओ पोजीशन जिहड़ी खुदा दी गए एक बंदे नूं दे दित्ती गई कि तू इंसाफ कर। ये इज्जत है ओहदे वास्ते, ये ऑनर है ओहदे वास्ते जिन्नू उस पोजीशन ते खड़ा किया गया। ते अगर वो खुदा दे डर खौफ दे विच ना होए ते जज्बाती फैसले करे ते अपने साहब दे नाल फैसले करे, कलाम नू रद्द करके फैसले करे,
ਉਹ ਹਲਾਕ ਹੋਏਗਾ, ਉਹ ਪੋਜੀਸ਼ਨ ਤੋਂ ਹਟਾਇਆ ਜਾਏਗਾ, ਉਹ ਹਕੀਰ ਜਾਣਿਆ ਜਾਏਗਾ। ਇਸ ਤੋਂ ਕਰਨਾ ਕੀ ਪਏਗਾ? ਜਿਹੜਾ ਬੰਦਾ ਜਿਹੜੀ ਪੋਜੀਸ਼ਨ ਤੇ ਵੇ ਆਪਣੀ ਪੋਜੀਸ਼ਨ ਨੂੰ ਅੱਛੇ ਤਰੀਕੇ ਨਾਲ ਸਮਝੇ ਕਿ ਮੈਂ ਕਰਨਾ ਕੀ ਹੈ। ਹਾਲੇਲੂਇਆ, ਜ਼ੋਰਦਾਰ ਤਾਲੀਆਂ ਖੁਦਾਵੰਦ ਯਿਸੂ ਮਸੀਹ ਵਾਸਤੇ। जी, मैं तुम्हें शर्मिंदा करने के लिए ये कहता हूँ, क्या वाकई तुम में एक भी दाना नहीं मिलता जो अपने भाइयों का फैसला कर सके? बल्कि भाई भाइयों में मुकदमा होता है और वो भी बेदीनों के आगे। आमीन, हालेलुया। ਕਹਿੰਦਾ ਕਿ ਤੁਸੀਂ ਭਰਾ ਹੋ ਗਏ, ਤੁਸੀਂ ਕਲੀਸਿਆਂ ਤੇ ਰੁਕਨ ਹੋ ਗਈ, ਇੱਕ ਦੂਜੇ ਤੇ ਮੁਕੱਦਮੇ ਕਰਦੇ ਹੋ, ਇੱਕ ਦੂਜੇ ਦੇ ਖਿਲਾਫ ਖੜੇ ਹੁੰਦੇ ਹੋ, ਇੱਕ ਦੂਜੇ ਦੀ ਬਰਦਾਸ਼ਤ ਨਹੀਂ ਕਰਦੇ, ਇੱਕ ਦੂਜੇ ਦੇ ਮੁਕੱਦਮਾਤ ਕਰਦੇ ਹੋ, ਤੇ ਫਿਰ ਤੁਹਾਡੇ ਮੁਕੱਦਮਿਆਂ ਦੇ ਫੈਸਲੇ ਕਿਹਨਾਂ ਦੇ ਕੋਲ ਜਾਂਦੇ ਨੇ? ਬੇਦੀਨਾਂ ਦੇ ਕੋਲ ਜਾਂਦੇ ਨੇ। ਅੱਛਾ, ਸਾਡੇ ਇੱਕ ਇਹ ਨਾ ਕਿ ਬੜੀ ਇੱਕ ਗੱਲ ਆਉਂਦੀ ਹੈ ਕਿ ਹੁਣ ਤੇ ਤੂੰ ਸ਼ਰਮਿੰਦਾ ਜਿਹਾ ਕਰਨਾ ਪਿਆ ਮੈਨੂੰ, ਸ਼ਰਮਿੰਦਾ ਨਾ ਕਰ ਮੈਨੂੰ ਸ਼ਰਮਿੰਦਾ ਨਾ ਕਰ, ਤੂੰ ਸ਼ਰਮਿੰਦਾ ਜਿਹਾ ਕਰਨਾ ਪਿਆ। ਅੱਛਾ, ਇੱਥੇ ਇੱਕ ਗੱਲ ਪੌਲੁਸ ਰਸੂਲ ਨੇ ਕੀਤੀ, ਉਸੇ ਦੁਬਾਰਾ 5 ਆਇਤ, मैं तुम्हें शर्मिंदा करने के लिए ये कहता हूँ। ਕੀ ਕਹਿੰਦਾ? ਕਹਿੰਦਾ ਮੈਂ ਇਹ ਜਿਹੜੀਆਂ ਗੱਲਾਂ ਤੁਹਾਨੂੰ ਕਹਿ ਰਿਹਾ ਵਾਂ ਨਾ, ਜਿਹੜੀਆਂ ਗੱਲਾਂ ਮੈਂ ਤੁਹਾਨੂੰ ਕਹਿ ਰਿਹਾ ਵਾਂ, ਇਹ ਗੱਲਾਂ ਮੈਂ ਤੁਹਾਨੂੰ ਸ਼ਰਮਿੰਦਾ ਕਰਨ ਵਾਸਤੇ ਕਹਿ ਰਿਹਾ ਵਾਂ, ਕਿ ਤੁਹਾਨੂੰ ਸ਼ਰਮ ਆਏ, ਤੁਹਾਨੂੰ ਸ਼ਰਮ ਮਹਿਸੂਸ ਹੋਏ, ਤੁਸੀਂ ਜਾਣੋ ਇਹਨਾਂ ਚੀਜ਼ਾਂ ਨੂੰ ਕਿ ਇਹ ਗਲਤ ਚੀਜ਼ਾਂ ਨੇ ਜਿਹੜੀਆਂ ਸਾਡੀ ਕਲੀਸਿਆ ਦੇ ਵਿੱਚ ਜਾਂ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਆ ਗਈਆਂ ਨੇ। ਕਹਿੰਦਾ ਮੈਂ ਤੁਹਾਨੂੰ ਸ਼ਰਮਿੰਦਾ ਕਰਨ ਵਾਸਤੇ ਇਹ ਗੱਲਾਂ ਕਹਿ ਰਿਹਾ ਵਾਂ, ਜਿਹੜੀਆਂ ਕਹਿਣੀਆਂ ਤਾਂ ਨਹੀਂ ਚਾਹੀਦੀਆਂ, ਪਰ ਮੈਂ ਤੁਹਾਨੂੰ ਸ਼ਰਮਿੰਦਾ ਕਰ ਰਿਹਾ ਵਾਂ ਕਿ ਤੁਸੀਂ ਸ਼ਰਮਿੰਦਾ ਹੋਵੋ। ਕਹਿੰਦਾ ਮੈਂ ਤੁਹਾਨੂੰ ਸ਼ਰਮਿੰਦਾ ਕਰਨ ਵਾਸਤੇ ਕਹਿ ਰਿਹਾ ਕਿ ਦੋ ਭਰਾਵਾਂ ਦਾ ਮੁਕੱਦਮਾ ਆਪਸ ਵਿੱਚ ਇੱਕ ਦੂਜੇ ਤੇ ਮੁਕੱਦਮੇ ਕਰਦੇ ਹੋ, ਤੇ ਫਿਰ ਉਹ ਮੁਕੱਦਮਾ ਜਾਂਦਾ ਬੇਦੀਨਾਂ ਦੇ ਕੋਲੇ ਫੈਸਲਾ ਹੋਣ ਵਾਸਤੇ। ਤੁਸੀਂ ਆਪਣੇ ਫੈਸਲੇ ਖੁਦ ਕਿਉਂ ਨਹੀਂ ਕਰਦੇ? ਆਇਆ ਕਿ ਤੁਹਾਡੇ 'ਚ ਇੱਕ ਵੀ ਦਿਨਾ ਨਹੀਂ ਹੈ ਕਿ ਤੁਸੀਂ ਇੱਥੋਂ ਨਿਕਲਦੇ ਹੋ ਤੇ ਕਿਤੇ ਹੋਰ ਜਾਂਦੇ ਹੋ ਤੇ ਬੇਦੀਨਾਂ ਦੇ ਕੋਲ ਜਾਂਦੇ ਹੋ। ਹੁਣ ਇਹ ਸਾਰੀਆਂ ਗੱਲਾਂ ਕਿਹੜੇ ਪਾਸੇ ਜਾਂਦੀਆਂ? ਜਦੋਂ ਮਸੀਹ ਦਾ ਬਦਨ ਯੂਨਿਟੀ 'ਚ ਆਏਗਾ, ਜਦੋਂ ਇਕੱਠਾ ਹੋਏਗਾ, ਜਦੋਂ ਇਕੱਠ ਕਰ ਲੈਣਗੇ, ਤੇ ਫਿਰ ਕੀ ਹੋਏਗਾ? ਫਿਰ ਮਸੀਹ ਦੇ ਬਦਨ ਦੀ ਤਰੱਕੀ ਹੋਏਗੀ। ਅਗਰ ਅਸੀਂ ਇਸੇ ਤਰ੍ਹਾਂ ਹੀ ਚੱਲੇ, ਅਗਰ ਅਸੀਂ ਜਿੰਨੇ ਤਰੀਕੇ ਕਾਰਾਂ ਦੇ ਤਹਿਤ ਚੱਲਦੇ ਆ ਰਹੇ ਹਾਂ, ਅਗਰ ਅਸੀਂ ਉਹਨਾਂ ਤੇ ਹੀ ਚੱਲੇ, ਫਿਰ ਤਰੱਕੀ ਕੋਈ ਨਹੀਂ ਹੋਣੀ। ਗਲਤ ਅਸੀਂ ਕਰਨਾ ਨਹੀਂ ਹੈ ਕਿਸੇ ਨਾਲ ਵੀ। ਇਹ ਨਹੀਂ ਕਿ ਅਸੀਂ ਗਲਤ ਲੜਾਈ ਲੜ ਕੇ ਆਈਏ ਹੋਈਏ ਤੇ ਬਾਅਦ ਚੋਂ ਕਹੀਏ ਆਓ ਜੀ ਸਾਡੇ ਨਾਲ ਖੜੇ ਹੋਵੋ। ਮਜਬੂਰੀ ਦੇ ਤਹਿਤ ਖੜੇ ਤੇ ਹੋਣਾ ਪਏਗਾ, ਪਰ ਇਹੋ ਜਿਹਾ ਕੰਮ ਨਾ ਕਰੋ ਕਿ ਚਰਚ ਨੂੰ ਸ਼ਰਮਿੰਦਗੀ ਚੁੱਕਣੀ ਪਵੇ, ਚਰਚ ਨੂੰ ਸ਼ਰਮਿੰਦਾ ਹੋਣਾ ਪਵੇ। ਤੁਹਾਡੇ ਮੁਕੱਦਮਾਤ ਇਹੋ ਜਿਹੇ ਹੋਣ ਕਿ ਜਿਨ੍ਹਾਂ ਦੇ ਵਿੱਚ ਤੁਸੀਂ ਰਾਈਟ ਤੇ ਖੜੇ ਹੋਵੋ, ਤੁਸੀਂ ਸੱਚਾਈ ਤੇ ਹੋਵੋ, ਤੁਸੀਂ ਹੱਕ ਤੇ ਹੋਵੋ, ਤੇ ਜਿਹੜੇ ਬੰਦੇ ਦੀ ਗਲਤੀ ਹੋਏ ਉਹ ਆਪਣੀ ਗਲਤੀ ਦਾ ਇਕਰਾਰ ਕਰ ਲਵੇ, ਉਹ ਮਾਫੀ ਮੰਗ ਲਵੇ। ਬਜ਼ਾਹਰ ਇਹ ਛੋਟੀਆਂ ਛੋਟੀਆਂ ਗੱਲਾਂ ਨੇ, ਪਰ ਜਦੋਂ ਅਸੀਂ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਤੇ ਧਿਆਨ ਕਰਨਾ ਸ਼ੁਰੂ ਕੀਤਾ ਕਿ ਨਹੀਂ ਮੇਰੀ ਜ਼ਿੰਮੇਵਾਰੀ ਕੀ ਹੈ, ਮੇਰੀ ਜ਼ਿੰਮੇਵਾਰੀ ਇਹ ਮੇਰੀ ਪੋਜੀਸ਼ਨ ਹੈ, ਜਿਹੜੀ ਮੈਂ ਆਪਣੀ ਪੋਜੀਸ਼ਨ ਨੂੰ ਸਮਝਾਂ, ਤੇ ਉਸ ਤੋਂ ਬਾਅਦ ਜਿਹੜਾ ਮੇਰੀ ਪੋਜੀਸ਼ਨ ਤੋਂ ਉਤਲੀ ਪੋਜੀਸ਼ਨ ਵਾਲਾ ਹੈ, ਮੈਂ ਉਸ ਪੋਜੀਸ਼ਨ ਵਾਲੇ ਦੀ ਇੱਜ਼ਤ ਕਰਾਂ, ਮੈਂ ਉਸ ਪੋਜੀਸ਼ਨ ਵਾਲੇ ਦੀ ਇੱਜ਼ਤ ਕਰਾਂ, ਤੇ ਜਿਹੜਾ ਉਤਲੀ ਪੋਜੀਸ਼ਨ ਵਾਲਾ ਹੈ ਉਹ ਇਸ ਗੱਲ ਦਾ ਖਿਆਲ ਰੱਖੇ ਕਿ ਮੈਂ ਥੱਲੜੀ ਪੋਜੀਸ਼ਨ ਵਾਲੇ ਦਾ ਖਿਆਲ ਕਰਾਂ, ਮੈਂ ਉਹਨਾਂ ਦੇ ਨਾਲ ਗਲਤ ਨਾ ਕਰ ਸਕਾਂ। ਕਿਉਂ? ਕਿਉਂਕਿ ਇੱਜ਼ਤ ਮੈਨੂੰ ਖੁਦਾ ਨੇ ਦਿੱਤੀ ਗਈ, ਤੇ ਮੈਂ ਕੀ ਕਰਾਂ? ਮੈਂ ਇਹਨਾਂ ਨੂੰ ਇਕੱਠਾ ਲੈ ਕੇ ਚੱਲਾਂ, ਮੈਂ ਮਸੀਹ ਦੇ ਬਦਨ ਨੂੰ ਟੁੱਟਣ ਨਾ ਦਿਆਂ, ਮੈਂ ਇਹਨੂੰ ਖਰਾਬ ਨਾ ਹੋਣ ਦਿਆਂ, ਮੈਂ ਇਸ ਬਦਨ ਦੀ ਬੜੋਤਰੀ ਦੇ ਵਾਸਤੇ ਹਮੇਸ਼ਾ ਕੰਮ ਕਰਾਂ। ਇਹ ਮੇਰੀ ਜ਼ਿੰਮੇਵਾਰੀ ਹੈ। ਜਿਹੜਾ ਛੋਟੀ ਪੋਜੀਸ਼ਨ ਤੇ ਵੇ ਉਹ ਖੁਸ਼ ਰਵੇ ਆਪਣੀ ਉਸ ਪੋਜੀਸ਼ਨ ਤੇ ਵੀ। याद रखना, ਜਦੋਂ ਅਸੀਂ ਸਫ਼ਰ ਕਰਨੇ ਨਾ ਕਿਸੇ ਵੀ ਗੱਡੀ ਤੇ, ਲੋਕਲ ਦੀ ਗੱਲ ਕਰ ਲੈਨੇ ਆ, ਟ੍ਰੇਨ ਦੀ ਗੱਲ ਕਰੀਏ ਜਾਂ ਲੋਕਲ ਕਿਸੇ ਬੱਸ ਦੀ ਗੱਲ ਕਰੀਏ, ਉਹ ਬੱਸ ਜਿਹੜੀ ਨੱਕੋ ਨੱਕ ਭਰੀ ਚੀਜ਼ ਏ, ਤੇ ਅਸੀਂ ਥੋੜਾ ਜਿਹਾ ਜ਼ੋਰ ਲਾ ਕੇ ਇੱਕ ਪੋਰਾ ਕੋ ਪਹਿਰ ਜੇ ਅੜਾ ਕੇ ਉਹਦੇ ਤੇ ਚੜ ਗਏ, ਹੱਥ ਪਾ ਕੇ ਚੜ ਗਏ, ਤੇ ਹੋਏਗਾ ਕੀ? ਇੱਕ ਤੇ ਟਾਈਮ ਟੂ ਟਾਈਮ ਵਕਤ ਗੁਜ਼ਰਨ ਦੇ ਨਾਲ ਅਸੀਂ ਪੋਜੀਸ਼ਨ ਬਣਾ ਲਵਾਂਗੇ, ਅਸੀਂ ਗੱਡੀ ਦੇ ਅੰਦਰ ਐਂਟਰ ਹੋ ਜਾਵਾਂਗੇ,
ਤੇ ਬਾਜ਼ ਔਕਾਤ ਇਸ ਤਰ੍ਹਾਂ ਵੀ ਹੁੰਦਾ ਕਿ ਉਹ ਜਿਹੜਾ ਲਮਕ ਕੇ ਬੱਸ ਤੇ ਚੜਿਆ ਹੋਏ ਤੇ ਕੁਝ ਟਾਈਮ ਬਾਅਦ ਸੀਟ ਵੀ ਲੱਭ ਗਈ ਹੋਏ। ਇੰਜ ਹੋਇਆ ਏ। ਇੱਕ ਟਾਈਮ ਦੇ ਵਿੱਚ ਉਹਨੇ ਪੈਰ ਸਿਰਫ ਅੜਾਇਆ ਤੇ ਲਮਕ ਗਿਆ, ਥੋੜਾ ਜਿਹਾ ਅੱਗੇ ਜਾ ਕੇ ਅੰਦਰ ਚਲਾ ਗਿਆ, ਥੋੜਾ ਜਿਹਾ ਅੱਗੇ ਜਾ ਕੇ ਪੋਜੀਸ਼ਨ ਮਿਲ ਗਈ, ਸੀਟ ਤੇ ਬਹਿ ਗਿਆ। ਤੇ ਅਗਰ ਉਹ ਇਹ ਸੋਚ ਕੇ ਚੜਿਆ ਨਾ ਲੈ ਲਿਆ ਭਰੀਚੀ ਪਈ ਲੈ ਹੁਣ ਮੈਨੂੰ ਤਾਂ ਸੀਟ ਵਾਲੀ ਲੱਭੇ, ਤੇ ਬਾਜ਼ ਔਕਾਤ ਐਸੇ ਸਟੇਸ਼ਨ ਨੇ ਜਿੱਥੋਂ ਸੀਟ ਲੱਭਦੀ ਹੋਈ ਨਹੀਂ ਹੈ, ਤੁਹਾਨੂੰ ਕੁਛ ਦੇਰ ਇੰਤਜ਼ਾਰ ਕਰਨਾ ਪੈਂਦਾ ਏ। ਇਸੇ ਤੋਂ ਇਸ ਗੱਲ ਨੂੰ ਯਾਦ ਰੱਖਣਾ ਕਿ ਮਸੀਹ ਦੀ ਬਾਦਸ਼ਾਹੀ ਦੇ ਵਿੱਚ ਜਾਣਾ ਵੀ ਇਸੇ ਤਰ੍ਹਾਂ ਹੀ ਹੈ ਕਿ ਕਿਸੇ ਤਰੀਕੇ ਭੱਜ ਕੇ ਆਪਣਾ ਪੈਰ ਅੜਾ ਕੇ ਇਸ ਗੱਡੀ ਤੇ ਸਵਾਰ ਹੋ ਜਾਓ। ਹਾਂ, ਜਿਸ ਟਾਈਮ ਉਹ ਬੰਦਾ ਜਿਹੜਾ ਸੀਟ ਤੇ ਬੈਠਾ ਹੈ ਤੇ ਮੰਜ਼ਿਲ ਤੇ ਪਹੁੰਚ ਗਿਆ, ਸਰ ਜੀ ਤੁਸੀਂ ਪੈਰ ਵੀ ਅੜਾ ਲਿਆ ਨਾ, ਤੁਸੀਂ ਮੰਜ਼ਿਲ ਤੇ ਪਹੁੰਚ ਜਾਣਾ ਹੈ। ਹਾਲੇਲੂਇਆ, ਜ਼ੋਰਦਾਰ ਤਾਲੀਆਂ ਖੁਦਾਵੰਦ ਯਿਸੂ ਮਸੀਹ ਵਾਸਤੇ। ਮਕਸਦ ਸਿਰਫ ਇਹ ਕਿ ਸਾਡਾ ਜਿਹੜਾ ਕੰਮ ਹੈ ਉਹ ਕੀਏ, ਉਹ ਸਿਰਫ ਇੱਕ ਕੰਮ ਹੈ ਕਿ ਅਸੀਂ ਬਾਦਸ਼ਾਹੀ 'ਚ ਐਂਟਰ ਹੋ ਜਾਈਏ, ਅਸੀਂ ਖੁਦਾ ਦੀ ਹਜ਼ੂਰੀ 'ਚ ਸ਼ਾਮਲ ਹੋ ਜਾਈਏ, ਅਸੀਂ ਪਹੁੰਚ ਜਾਈਏ। ਇਹੀ ਸਾਡਾ ਮਕਸਦ ਹੈ, ਇਹੀ ਸਾਡਾ ਕੰਮ ਹੈ, ਇਹੀ ਅਸੀਂ ਕਰਨਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਔਖੇ ਸੌਖੇ ਹੋ ਕੇ ਬਾਦਸ਼ਾਹੀ 'ਚ ਚਲੇ ਜਾਈਏ। ਇਸ ਤੋਂ ਜ਼ੋਰ ਲਾਣਾ ਪਵੇ ਲਾਓ, ਆਪਣਾ ਜਿਹੜਾ ਕੰਮ ਹੈ ਉਹ ਕਰੋ, ਆਪਣੇ ਆਪ ਨੂੰ ਠੀਕ ਰੱਖੋ, ਬੁਰੀਆਂ ਚੀਜ਼ਾਂ ਤੋਂ ਬਾਜ਼ ਰਹੋ, ਵਫਾਦਾਰੀ ਦੇ ਵਿੱਚ ਬੱਝੇ ਰਹੋ। ਕਲੀਸਿਆ ਜਿਹਦਾ ਮੈਂ ਮੈਂਬਰ ਵਾਂ, ਚਰਚ ਜਿਹਦਾ ਮੈਂ ਮੈਂਬਰ ਵਾਂ, ਉਸ ਚਰਚ ਦੇ ਵਿੱਚ ਆਪਣੀ ਪੋਜੀਸ਼ਨ ਨੂੰ ਵੀ ਸਮਝੋ, ਆਪਣੇ ਘਰ ਦੇ ਵਿੱਚ ਆਪਣੀ ਪੋਜੀਸ਼ਨ ਨੂੰ ਸਮਝੋ। ਇਸ ਗੱਲ ਤੇ ਹਮੇਸ਼ਾ ਧਿਆਨ ਰੱਖੋ ਕਿ ਚੀਜ਼ਾਂ ਮੇਰੇ ਵਸੀਲੇ ਬਿਹਤਰ ਹੋਣ, ਮੇਰੀ ਵਜ੍ਹਾ ਤੋਂ ਮੇਰਾ ਘਰਾਨਾ ਤਰੱਕੀ ਕਰੇ, ਮੇਰੀ ਵਜ੍ਹਾ ਤੋਂ ਚਰਚ ਤਰੱਕੀ ਕਰੇ, ਮੇਰੀ ਵਜ੍ਹਾ ਤੋਂ ਜ਼ਿੰਦਗੀਆਂ ਬਿਹਤਰ ਹੋਣ, ਚਰਚ ਦੀ ਤਰੱਕੀ ਹੋਏ। ਤੇ ਸਭ ਤੋਂ ਵੱਡੀ ਗੱਲ, ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਬਾਦਸ਼ਾਹੀ ਦਾ ਕੰਮ ਹੋਏ ਮੇਰੇ ਵਸੀਲੇ। ਹਾਲੇਲੂਇਆ। ਬਾਪ ਦੀ ਮਰਜ਼ੀ ਇਹ ਵੇ ਕਿ ਹਰ ਇੱਕ ਬੰਦਾ ਆਪਣਾ ਕੰਮ ਪੂਰਾ ਕਰੇ। हालेलुया जी। लेकिन दरअसल तुम में बड़ा नुक्स ये है कि आपस में मुकदमाबाजी करते हो, जुल्म उठाना क्यों नहीं बेहतर जानते, अपना नुकसान क्यों नहीं कबूल करते। हालेलुया हालेलुया। ਲਹਿਚਾ ਹੈ ਕਿ ਤੁਹਾਡੇ 'ਚ ਵੱਡਾ ਨੁਕਸ ਹੈ ਨਾ ਜਿਹੜਾ, ਉਹ ਇਹ ਵੇ ਕਿ ਤੁਸੀਂ ਆਪਸ 'ਚ ਮੁਕੱਦਮਾਬਾਜ਼ੀ ਕਰਦੇ ਹੋ। ਤੁਸੀਂ ਆਪਸ ਦੇ ਵਿੱਚ ਜਦੋਂ ਬੈਠਦੇ ਹੋ, ਜਦੋਂ ਰਹਿੰਦੇ ਹੋ, ਤੇ ਤੁਹਾਡੇ ਆਪਸ 'ਚ ਮੁਕੱਦਮੇ ਹੁੰਦੇ ਨੇ। ਉਹਨੇ ਇੰਜ ਕਰ ਦਿੱਤਾ, ਉਹਨੇ ਇਹ ਕਰਦਾ, ਉਹਦੀ ਇਹ ਗਲਤੀ, ਉਹਨੇ ਇੰਜ ਕੀਤਾ, ਉਹਨੇ ਇੰਜ ਕੀਤਾ, ਉਹਨੇ ਇੰਜ ਕੀਤਾ, ਮੈਂ ਇੰਜ ਕਰ ਦਾਂਗਾ। ਕਹਿੰਦਾ ਆਪਣਾ ਨੁਕਸਾਨ ਕਿਉਂ ਨਹੀਂ ਬਰਦਾਸ਼ਤ ਕਰਦੇ, ਕਿਉਂ ਬਰਦਾਸ਼ਤ ਨਹੀਂ ਕਰਦੇ। ਜੋ ਹੋ ਗਿਆ ਕੋਈ ਗੱਲ ਨਹੀਂ, ਹੋ ਗਿਆ ਨਾ, ਚੱਲ ਕੋਈ ਨਹੀਂ, ਨੁਕਸਾਨ ਕਰ ਗਿਆ, ਕਰ ਜਾਏ, ਕੋਈ ਗੱਲ ਨਹੀਂ। ਜੇ ਇਹਨੇ ਕੋ ਗਲਤ ਕੀਤਾ ਤੇ ਕੋ ਮੈਂ ਗਲਤ ਨਾ ਕਰਾਂ, ਇਹਦੇ ਕੋ ਗਲਤੀ ਹੋ ਗਈ, ਮੈਂ ਹੁਣ ਇਹਦੀ ਗਲਤੀ ਦਾ ਜਿਹੜਾ ਜਵਾਬ ਹੈ ਉਹ ਇੱਟ ਦਾ ਪੱਥਰ ਨਾ ਕਰਾਂ। ਇਹਨੇ ਜੇ ਇੱਕ ਬੋਂਗੀ ਮਾਰ ਦਿੱਤੀ ਕਿ ਤੇ ਹੁਣ ਮੈਂ ਨਾ ਕਰਾਂ, ਇਹਨੇ ਜੇ ਇੱਕ ਪ੍ਰੋਬਲਮ ਖੜੀ ਕੀਤੀ ਕਿ ਤੇ ਮੈਂ ਨਾ ਕਰਾਂ। ਕਹਿੰਦਾ ਕਿ ਤੁਹਾਡੇ 'ਚ ਵੱਡਾ ਨੁਕਸ ਵੇ ਕਿ ਤੁਸੀਂ ਮੁਕੱਦਮੇ ਕਰਦੇ ਹੋ ਇੱਕ ਦੂਸਰੇ ਤੇ। जी दोबारा। लेकिन दरअसल तुम में बड़ा नुक्स ये है कि आपस में मुकदमाबाजी करते हो, जुल्म उठाना क्यों नहीं बेहतर जानते। जुल्म चुक लवो, अगर कोई जुल्म कर रहा बर्दाश्त कर लवो जी। अपना नुकसान क्यों नहीं कबूल करते जी, बल्कि तुम ही जुल्म करते और नुकसान पहुंचाते हो, और वो भी भाइयों को। हाँ तुसी कर दे की हो, ਤੁਸੀਂ ਜ਼ੁਲਮ ਕਰਦੇ ਹੋ, ਤੁਸੀਂ ਗਲਤ ਕਰਦੇ ਹੋ ਤੇ ਤੁਸੀਂ ਭਰਾਵਾਂ ਨੂੰ ਨੁਕਸਾਨ ਪਹੁੰਚਾਉਂਦੇ ਹੋ। ਤੁਹਾਨੂੰ ਪਤਾ ਹੈ ਕਿ ਮੈਂ ਕੀ ਹਾਂ, ਮੈਂ ਮਸੀਹ ਦਾ ਬਦਨ ਹਾਂ। ਹੁਣ ਜਿਹਦੇ ਤੇ ਮੈਂ ਜ਼ੁਲਮ ਕਰਨ ਲੱਗਾ ਵਾਂ, ਜਿਹਦੇ ਮੈਂ ਖਿਲਾਫ ਖੜਾ ਹੋਇਆ ਵਾਂ, ਇਹ ਵੀ ਕੀ ਹੈ, ਇਹ ਵੀ ਮਸੀਹ ਦਾ ਬਦਨ ਹੈ। ਤੇ ਜੇ ਇਹ ਮਸੀਹ ਦਾ ਬਦਨ ਹੈ, ਮੈਂ ਇਹਦੇ ਖਿਲਾਫ ਖੜਾ ਨਹੀਂ ਹੋ ਸਕਦਾ। ਇਹ ਮਸੀਹ ਦੇ ਬਦਨ ਦੀ ਤਰੱਕੀ ਦਾ ਵਸੀਲਾ ਹੈ, ਮੈਂ ਵੀ ਤਰੱਕੀ ਦਾ ਵਸੀਲਾ ਬਣਾ। ਅਸੀਂ ਮਿਲ ਕੇ, ਜੇ ਉਹਨੇ ਕੁਝ ਗਲਤ ਕੀਤਾ ਤਾਂ ਕੋਈ ਗੱਲ ਨਹੀਂ, ਮੈਂ ਬਰਦਾਸ਼ਤ ਕਰ ਲਵਾਂ। ਦੋ ਜਣਿਆਂ ਦੇ ਮੁਕੱਦਮਾ ਆਇਆ, ਮੈਂ ਦੋਨਾਂ ਨੂੰ ਪਿਆਰ ਦੇ ਨਾਲ ਸਮਝਾ ਕੇ ਉਹਨਾਂ ਦਾ ਮਸਲਾ ਸੁਲਝਾ ਦਿਆਂ। ਤੇ ਕਰੀਏ ਕੀ ਸਾਰੇ ਮਿਲ ਕੇ, ਕਰੀਏ ਇਹ ਕਿ ਮਸੀਹ ਦੇ ਬਦਨ ਦੀ ਤਰੱਕੀ ਦਾ ਵਸੀਲਾ ਬਣੀਏ। ਹਾਲੇਲੂਇਆ। ਜ਼ੋਰਦਾਰ ਤਾਲੀਆਂ ਖੁਦਾਵੰਦ ਯਿਸੂ ਮਸੀਹ ਵਾਸਤੇ जी। क्या तुम नहीं जानते कि बदकार खुदा की बादशाही के वारिस ना होंगे।
फरेब ना खाओ, ना हरामकार खुदा की बादशाही के वारिस होंगे, ना बुत परस्त, ना जनाकार, ना अयाश, ना लौंडेबाज, ना चोर, ना लालची, ना शराबी, ना गालियाँ बकने वाले, ना जालिम। आमीन। हालेलुया। 11 आयत भी पढ़ लवो। और बाज़ तुम में ऐसे ही थे भी, मगर तुम खुदावंद यीशु मसीह के नाम से और हमारे खुदा के रूह से धुल गए और पाक हुए और रास्तबाज भी ठहरे। हालेलुया। ਉੱਤੇ ਉਹਨੇ ਲਿਸਟ ਦਿੱਤੀ ਕਿ ਕਿਹੜੇ ਕਿਹੜੇ ਖੁਦਾ ਦੀ ਬਾਦਸ਼ਾਹੀ 'ਚ ਦਾਖਲ ਨਹੀਂ ਹੋਣਗੇ। ਉਹਨੇ ਦੱਸਿਆ ਕਿ ਕਿਹੜੇ ਕਿਹੜੇ ਨੇ ਜਿਹੜੇ ਬਾਦਸ਼ਾਹੀ 'ਚ ਦਾਖਲ ਨਹੀਂ ਹੋਣਗੇ। ਫਿਰ ਅੱਗੇ ਆ ਕੇ ਕਹਿੰਦਾ ਕਿ ਬਾਸ ਤੁਹਾਡੇ ਵਿੱਚੋਂ ਵੀ ਇਹੋ ਜਿਹੇ ਸਨ, ਇਹੋ ਜਿਹੇ ਸਨ। ਉਹ ਗਲਤ ਸਨ, ਉਹ ਲਾਲਚੀ ਸਨ, ਉਹ ਚੋਰ ਸਨ, ਉਹ ਬਦਕਾਰ ਸਨ, ਉਹ ਜ਼ਨਾਕਾਰ ਸਨ, ਉਹ ਬੁਰੇ ਸਨ, ਉਹ ਸ਼ਰਾਬੀ ਸਨ, ਉਹ ਗਾਲਾਂ ਕੱਢਣ ਵਾਲੇ ਸਨ, ਉਹ ਬੁਰੇ ਸਨ। ਪਰ ਉਹ ਆਏ ਤੇ 11 ਆਇਤ 'ਚ ਕੀ ਲਿਖਿਆ ਹੈ? और बाज़ तुम में ऐसे ही थे भी, मगर तुम खुदावंद यीशु मसीह के नाम से और हमारे खुदा के रूह से धुल गए और पाक हुए और रास्तबाज भी ठहरे। हालेलुया। हाँ, प्रॉब्लम सी लोगां 'ਚ ਬਦਕਾਰ ਸਨ, ਲੋਕ ਗਲਤ ਸਨ। ਪਰ ਜਦੋਂ ਯਿਸੂ ਮਸੀਹ ਨੂੰ ਜਾਣਿਆ, ਜਦੋਂ ਉਹ ਮਸੀਹ ਦੇ ਨਜ਼ਦੀਕ ਆ ਗਏ, ਜਦੋਂ ਉਹਨਾਂ ਨੇ ਉਹਨੂੰ ਕਬੂਲ ਕੀਤਾ, ਜਦੋਂ ਉਹਨਾਂ ਨੇ ਆਪਣੇ ਬੁਰੇ ਕੰਮਾਂ ਨੂੰ ਤਰਕ ਕੀਤਾ, ਉਹਦੇ ਕੋਲ ਆਏ, ਯਿਸੂ ਮਸੀਹ ਦਾ ਲਹੂ ਆਪਣੀ ਜ਼ਿੰਦਗੀ 'ਚ ਮੰਗਿਆ, ਤੇ ਫਿਰ ਕੀ ਹੋਇਆ? ਫਿਰ ਉਹਨਾਂ ਨੇ ਆਪਣੀ ਬਦਕਾਰੀ ਨੂੰ ਛੱਡਿਆ ਤੇ ਰਾਸਤਬਾਜ਼ੀ ਦੇ ਵਿੱਚ ਜ਼ਿੰਦਗੀ ਗੁਜ਼ਾਰਨਾ ਸ਼ੁਰੂ ਕੀਤਾ। ਹੁਣ ਹੈ ਕੀ ਸੀ? ਯਾਦ ਰੱਖਣਾ ਕਿ ਕੋਈ ਵੀ ਬਾਈਬਲ 'ਚ ਲਿਖਿਆ ਕਿ ਕੋਈ ਵੀ ਅੱਛਾ ਨਹੀਂ ਹੈ, ਕੋਈ ਵੀ ਠੀਕ ਨਹੀਂ ਹੈ। ਪਰ ਪ੍ਰੋਬਲਮ ਹੈ ਕਿ ਜਦੋਂ ਅਸੀਂ ਕਲਾਮ ਨੂੰ ਸੁਣਿਆ, ਅਸੀਂ ਕਲਾਮ 'ਚ ਚੱਲਣ ਲੱਗੇ, ਅਸੀਂ ਕਲਾਮ ਵੱਲ ਆਏ, ਅਸੀਂ ਕਲਾਮ ਨੂੰ ਜਾਣਿਆ ਤੇ ਅਸੀਂ ਚੱਲਣ ਲੱਗੇ। ਉਸ ਕਲਾਮ ਨੂੰ ਜਾਣ ਕੇ ਅਸੀਂ ਜਦੋਂ ਚੱਲਣ ਲੱਗੇ ਤੇ ਫਿਰ ਖੁਦਾ ਨੇ ਸਾਨੂੰ ਪਾਕ ਬਣਾਇਆ, ਖੁਦਾ ਨੇ ਸਾਨੂੰ ਠੀਕ ਕੀਤਾ, ਖੁਦਾ ਨੇ ਸਾਨੂੰ ਰਾਸਤਬਾਜ਼ੀ ਦਿੱਤੀ, ਖੁਦਾ ਨੇ ਸਾਨੂੰ ਅਹੁਦਾ ਦਿੱਤਾ, ਖੁਦਾ ਨੇ ਸਾਨੂੰ ਪੋਜੀਸ਼ਨ ਦਿੱਤੀ, ਖੁਦਾ ਨੇ ਸਾਨੂੰ ਖੜਾ ਕੀਤਾ ਕਿ ਤੂੰ ਆ ਤੇ ਖੜਾ ਹੋ। ਹੁਣ ਜਦੋਂ ਉਹਨੇ ਮੈਨੂੰ ਖੜਾ ਕੀਤਾ ਤੇ ਮੈਂ ਗਲਤ ਨਹੀਂ ਕਰ ਸਕਦਾ, ਮੈਂ ਬੁਰਾ ਨਹੀਂ ਬਣ ਸਕਦਾ, ਮੈਂ ਆਪਣੀ ਪੋਜੀਸ਼ਨ ਦਾ ਨਜਾਇਜ਼ ਫਾਇਦਾ ਨਹੀਂ ਚੁੱਕ ਸਕਦਾ। ਮੈਨੂੰ ਜਿਹੜਾ ਅਹੁਦਾ ਦਿੱਤਾ ਗਿਆ, ਮੈਨੂੰ ਜਿਹੜੀ ਪੋਜੀਸ਼ਨ ਦਿੱਤੀ ਗਈ, ਮੈਂ ਜੇ ਖਾਦਮ ਵਾਂ, ਲੋਕ ਮੈਨੂੰ ਆਪਣੇ ਮਸਲੇ ਦੱਸਦੇ ਨੇ, ਲੋਕ ਪ੍ਰੋਬਲਮ ਸ਼ੇਅਰ ਕਰਦੇ ਨੇ, ਲੋਕਾਂ ਦੀ ਹਰ ਇੱਕ ਪ੍ਰੋਬਲਮ। ਹੁਣ ਮੈਂ ਇਸ ਪੋਜੀਸ਼ਨ ਦਾ ਕਿ ਲੋਕ ਇੱਜ਼ਤ ਕਰਦੇ ਨੇ ਤੇ ਮੈਂ ਆਪਣੀਆਂ ਮਨਮਰਜ਼ੀਆਂ ਨਹੀਂ ਕਰ ਸਕਦਾ। ਜੇ ਮੈਂ ਪੋਜੀਸ਼ਨ ਵਾਲਾ ਵਾਂ ਤੇ ਮੈਂ ਆਪਣੀ ਮਰਜ਼ੀ ਨੂੰ ਪੂਰਾ ਨਹੀਂ ਕਰ ਸਕਦਾ, ਮੈਨੂੰ ਬਾਪ ਦੀ ਮਰਜ਼ੀ ਨੂੰ ਵੇਖਣਾ ਪਏਗਾ। ਹੁਣ ਬਾਪ ਦੀ ਮਰਜ਼ੀ ਨੂੰ ਪੂਰਾ ਕਰਨ ਵਾਸਤੇ ਕਿਉਂ? ਕਿਉਂਕਿ ਮੈਂ ਕੀ ਹਾਂ? ਮੈਂ ਇਸ ਬਦਨ ਦਾ ਹਿੱਸਾ ਵਾਂ ਜਿਹੜਾ ਮਸੀਹ ਦਾ ਬਦਨ ਹੈ। ਤੇ ਜਦੋਂ ਮੈਂ ਮਸੀਹ ਦੇ ਬਦਨ ਦਾ ਹਿੱਸਾ ਵਾਂ ਤੇ ਮੈਨੂੰ ਕੀ ਕਰਨਾ ਪਏਗਾ? ਮੈਨੂੰ ਉਹਦੀ ਮਰਜ਼ੀ ਨੂੰ ਪੂਰਾ ਕਰਨਾ ਪਏਗਾ। ਤੇ ਜਦੋਂ ਮੈਂ ਉਹਦੀ ਮਰਜ਼ੀ ਨੂੰ ਪੂਰਾ ਕਰਨ ਦੇ ਵਿੱਚ ਅਮੇਜ਼ਿਸ਼ ਕਰ ਦਿਆਂਗਾ, ਮਿਲਾਵਟ ਕਰਾਂਗਾ, ਆਪਣੇ ਤਰੀਕੇ ਕਾਰ ਲੈ ਕੇ ਆਵਾਂਗਾ, ਆਪਣੇ ਸਾਥ ਦੇ ਨਾਲ ਚੱਲਣਾ ਸ਼ੁਰੂ ਕਰਾਂਗਾ, ਫਿਰ ਕੀ ਹੋਏਗਾ? ਫਿਰ ਰੂਹ ਰੰਜੀਦਾ ਹੋਏਗਾ ਮੇਰੇ ਤੋਂ, ਫਿਰ रूह नाराज होएगा मेरे तो, फिर खुदा दी बादशाही दे मैं खिलाफ खड़ा हो गया। ਇਹਦਾ ਮਤਲਬ ਮੈਨੂੰ ਪਰਵਾਹ ਨਹੀਂ ਹੈ ਉਹਦੇ ਹੁਕਮਾਂ ਦੀ, ਉਹਦੇ ਕਾਨੂੰਨ ਦੀ। ਇਸ ਤੋਂ ਮੈਨੂੰ ਕਰਨਾ ਕੀ ਪਏਗਾ? ਮੈਨੂੰ ਹਮੇਸ਼ਾ ਇਸ ਗੱਲ ਦਾ ਖਿਆਲ ਰੱਖਣਾ ਪਏਗਾ ਕਿ ਬਾਪ ਮੇਰੇ ਤੋਂ ਖੁਸ਼ ਰਵੇ। ਮੈਂ ਪੋਜੀਸ਼ਨ ਨੂੰ ਸਮਝਾਂ, ਮੈਂ ਚਰਚ ਰਹਿੰਦੇ ਹੋਏ, ਮੈਂ ਘਰ 'ਚ ਰਹਿੰਦੇ ਹੋਏ, ਮੈਂ ਹਰ ਇੱਕ ਜਗ੍ਹਾ ਤੇ ਰਹਿੰਦੇ ਹੋਏ ਮੈਂ ਚੀਜ਼ਾਂ ਨੂੰ ਸਮਝਾਂ। ਹਾਲੇਲੂਇਆ। मैं इस गल नूं समझा कि बाप ने जे मैनूं इज्जत दित्ती है, मैं उन्हें संभाल के रखा। ते याद रखना, असीं बाइबल दे विच एक मिसाल देखने आ कि मालक गया ते उन्हें की कीता? उन्हें तोड़े दिते, एक नूं एक दिता, एक नूं दो दिते, एक नूं 5 दिते। ते फिर होया कि जिन्हां ने अपने तोड़े वधाए, उन्हां दे काम कीता, उन्हां ने उन्हां नूं होर दे दिता। ते जिन्हां ने नहीं अपना काम कीता, उहदे कोल ओह वी तोड़ा वापस ले लिया गया। बाइबल दा कानून है। इस तो ਜਿਹੜੀ ਜਿਹੜੀ ਪੋਜੀਸ਼ਨ ਹੈ ਤੁਹਾਡੀ, ਜੋ ਤੁਸੀਂ ਹੈਗੇ ਹੋ, ਉਹਨੂੰ ਨਿਖਾਰਨ ਦੀ ਕੋਸ਼ਿਸ਼ ਕਰੋ ਤੇ ਕੋਸ਼ਿਸ਼ ਇਹ ਕਰੋ ਕਿ ਜੋ ਕੁਝ ਮੇਰੇ ਕੋਲ ਹੈ ਵੇ, ਮੈਂ ਇਹਨੂੰ ਵਧਾਣਾ ਹੈ। ਜੋ ਕੁਝ ਮੈਨੂੰ ਦੇ ਦਿੱਤਾ ਗਿਆ ਹੈ, ਮੈਂ ਇਹਨੂੰ ਉੱਚਾ ਲੈ ਕੇ ਜਾਣਾ ਹੈ। ਮੈਂ ਬਾਪ ਦੀ ਇੱਜ਼ਤ ਕਰਨੀ ਹੈ, ਮੈਂ ਬਾਪ ਦੀ ਮਰਜ਼ੀ ਨੂੰ ਪੂਰਾ ਕਰਨਾ ਹੈ। ਕਿਉਂ? ਕਿਉਂਕਿ ਮੈਂ ਮਸੀਹ ਦਾ ਬਦਨ ਵਾਂ। ਤੇ ਜੇ ਮੈਂ ਇਹਨਾਂ ਚੀਜ਼ਾਂ ਨੂੰ ਸਮਝਿਆ ਨਾ ਤੇ ਮੈਂ ਹਲਾਕ ਕੀਤਾ ਜਾਵਾਂਗਾ। ਮੇਰੇ ਕੋ ਪੋਜੀਸ਼ਨ ਵਾਪਸ ਲਈ ਜਾਏਗੀ। ਇਹ ਕਿਸੇ ਦੇ ਪਿਓ ਦੀ ਪੋਜੀਸ਼ਨ ਨਹੀਂ ਹੈ। ਯਾਦ ਰੱਖਣਾ, ਬਾਈਬਲੀ ਕਾਨੂੰਨ ਹੈ ਜਿਹੜਾ ਉਹ ਅਲੱਗ ਤਰ੍ਹਾਂ ਦਾ ਕਾਨੂੰਨ ਹੈ।
ਦੁਨੀਆਦਾਰੀ ਦੇ ਵਿੱਚ ਇੱਕ ਚੀਜ਼ ਅਸੀਂ ਵੇਖੀਏ ਦੁਨਿਆਵੀ ਨਿਜ਼ਾਮ 'ਚ, ਜਿਸਮਾਨੀ ਨਿਜ਼ਾਮ 'ਚ, ਕਿ ਪਿਓ ਅਗਰ ਭੈੜਾ ਏ, ਨਸ਼ੇੜੀ ਏ, ਬੁਰਾ ਏ, ਜਿਹੋ ਜਿਹਾ ਵੀ ਗਲਤ ਏ, ਉਹ ਬਦਲਿਆ ਨਹੀਂ ਜਾ ਸਕਦਾ। ਦੁਨੀਆਦਾਰੀ 'ਚ ਰਹਿ ਕੇ ਜਿਹੜਾ ਪਿਓ ਏ ਉਹ ਬਦਲਿਆ ਨਹੀਂ ਜਾ ਸਕਦਾ। ਪਰ ਸਪਿਰਿਚੁਅਲ ਦੁਨੀਆ, ਰੂਹਾਨੀ ਦੁਨੀਆ ਇਹ ਵੇ ਕਿ ਤੁਹਾਨੂੰ ਗਲਤ ਲੱਗੇ ਤੁਸੀਂ ਛੱਡ ਕੇ ਜਾ ਸਕਦੇ ਹੋ। ਰੂਹਾਨੀ ਦਾਇਰਾਕਾਰ ਦੇ ਵਿੱਚ ਅਗਰ ਚੀਜ਼ਾਂ ਗਲਤ ਹੋਣ, ਰੂਹਾਨੀ ਦਾਇਰਾਕਾਰ 'ਚ ਸਪਿਰਿਚੁਅਲ ਫਾਦਰ, ਅੱਛਾ ਬੇਸਿਕਲੀ ਸਪਿਰਿਚੁਅਲ ਫਾਦਰ ਹੈ ਕੀ? ਰੂਹਾਨੀ ਬਾਪ ਦਾ ਮਤਲਬ ਹੈ ਵੇ ਕਿ ਉਹ ਜਿਹੜਾ ਰੂਹਾਨੀ ਤੌਰ ਤੇ ਤੁਹਾਡੀ ਨਸ਼ੋਨੁਮਾ ਕਰੇ। ਜਿਸ ਤਰ੍ਹਾਂ ਬਾਪ ਤੁਹਾਡੀ ਪਰਵਰਿਸ਼ ਕਰਦਾ ਹੈ, ਜਿਸਮਾਨੀ ਤੌਰ ਤੇ ਤੁਹਾਨੂੰ ਵਧਾਉਂਦਾ ਹੈ, ਜਿਸਮਾਨੀ ਬਾਪ ਉਹ ਹੈ ਜਿਹੜਾ ਜਿਸਮਾਨੀ ਤੌਰ ਤੇ ਵਧਾਉਂਦਾ ਹੈ। ਰੂਹਾਨੀ ਬਾਪ ਉਹ ਹੈ ਜਿਹੜਾ ਰੂਹਾਨੀ ਤੌਰ ਤਰੀਕੇ ਤੁਹਾਨੂੰ ਸਿਖਾਉਂਦਾ ਹੈ ਤੇ ਰੂਹਾਨੀਅਤ ਦੇ ਵਿੱਚ ਤੁਹਾਨੂੰ ਵਧਾਉਂਦਾ ਹੈ। ਉਹ ਕੀ ਹੈ? ਉਹ ਰੂਹਾਨੀ ਬਾਪ ਹੈ। ਇਹਨਾਂ ਦੋਨਾਂ ਦੇ ਵਿੱਚ ਇੱਕ ਫਰਕ ਹੈ। ਜਿਸਮਾਨੀ ਬਾਪ ਹੈ ਜਿਹੜਾ ਉਹ ਗਲਤ ਹੋਏ, ਉਹ ਪ੍ਰੋਬਲਮ 'ਚ ਹੋਏ, ਉਹ ਲਾਲਚੀ ਹੈ, ਉਹ ਝੂਠਾ ਹੈ, ਉਹ ਬਦਕਾਰ ਹੈ, ਉਹ ਜ਼ਨਾਕਾਰ ਹੈ, ਉਹ ਸ਼ਰਾਬੀ ਹੈ। ਜਿਸਮਾਨੀ ਪਿਓ ਜਿਹੋ ਜਿਹਾ ਵੀ ਹੋਏ ਤੁਸੀਂ ਬਦਲ ਨਹੀਂ ਸਕਦੇ। ਪਰ ਅਗਰ ਰੂਹਾਨੀ ਪਿਓ ਗਲਤ ਹੈ ਤੁਸੀਂ ਉਹਨੂੰ ਛੱਡ ਕੇ ਜਾ ਸਕਦੇ ਹੋ। ਇਹਦੇ 'ਚ ਅੱਛਾ ਇੱਕ ਚੀਜ਼ ਹੋਰ, ਅਗਰ ਤੁਹਾਡਾ ਰੂਹਾਨੀ ਪਿਓ ਹੈ ਜਿਹੜਾ ਉਹ ਗਲਤ ਹੋਏ ਤੇ ਤੁਸੀਂ ਉਹਨੂੰ ਛੱਡ ਕੇ ਨਾ ਜਾਓ, ਤੁਸੀਂ ਗਲਤ ਹੋ। ਰੂਹਾਨੀ ਗਲਤ ਹੋਏ ਤਾਂ ਉਹਨੂੰ ਛੱਡ ਜਾਓ, ਜਿਸਮਾਨੀ ਨਹੀਂ ਛੱਡਿਆ ਜਾਂਦਾ। ਹਾਲੇਲੂਇਆ। ਉਹਦੀ ਵਜ੍ਹਾ ਭਲਾ ਕੀ? ਰੂਹਾਨੀ ਬਾਪ ਉਹ ਏ ਜਿਹੜਾ ਕੀ ਕਰਦਾ ਏ, ਜਿਹੜਾ ਤੁਹਾਡੀ ਪਰਵਰਿਸ਼ ਕਰਦਾ ਏ ਤੇ ਤੁਹਾਨੂੰ ਖੁਦਾ ਦੇ ਨਾਲ ਜੋੜਦਾ ਏ। ਇਹ ਪੋਜੀਸ਼ਨ ਏ। ਹਾਲੇਲੂਇਆ। ਆਪਾਂ ਸਿੱਖ ਕੀ ਰਹੇ ਹਾਂ ਕਿ ਮਸੀਹ ਦਾ ਬਦਨ ਤਰੱਕੀ ਕਿਸ ਤਰ੍ਹਾਂ ਕਰੇਗਾ? ਜਦੋਂ ਅਸੀਂ ਚੀਜ਼ਾਂ ਨੂੰ ਸਮਝਾਂਗੇ, ਜਦੋਂ ਅਸੀਂ ਚੀਜ਼ਾਂ ਨੂੰ ਵੇਖਾਂਗੇ ਤੇ ਫਿਰ ਅਸੀਂ ਸਮਝਾਂਗੇ ਕਿ ਚੀਜ਼ਾਂ ਹੈ ਕੀ ਨੇ। ਹਾਲੇਲੂਇਆ। ਜ਼ੋਰਦਾਰ ਤਾਲੀਆਂ ਖੁਦਾ ਯਿਸੂ ਮਸੀਹ ਵਾਸਤੇ। ਆਪਣੇ ਨਾਲ ਦੇ ਕੋ ਗੱਲਾਂ ਧਿਆਨ ਦੇ ਨਾਲ ਸੁਣ। ਆਪਾਂ ਮਸੀਹ ਦਾ ਬਦਨ ਵਾ। ਹਾਲੇਲੂਇਆ, ਹਾਲੇਲੂਇਆ। ਇਸ ਰੂਹਾਨੀ ਦਾਇਰਾਕਾਰ ਅਲੱਗ ਤਰ੍ਹਾਂ ਦਾ ਹੈ, ਰੂਹਾਨੀ ਨਿਜ਼ਾਮ ਅਲੱਗ ਤਰ੍ਹਾਂ ਦਾ ਹੈ, ਜਿਸਮਾਨੀ ਅਲੱਗ ਤਰ੍ਹਾਂ ਦਾ ਹੈ। ਇਹ ਪੋਜੀਸ਼ਨਸ ਨੇ। ਸਭ ਤੋਂ ਪਹਿਲੀ ਗੱਲ ਤੇ ਇਹ ਕਿ ਕਿਸੇ ਨੂੰ ਰੂਹਾਨੀ ਬਾਪ ਕਹਿਣ ਤੇ ਜਲਦੀ ਵੀ ਨਾ ਕਰਨਾ ਕਿ ਤੁਸੀਂ ਜਲਦੀ ਜਨਾਬ ਪਾਦਰੀ ਵੇਖਿਆ ਤੁਹਾਨੂੰ ਕਿਹਾ ਕਿ ਜੀ ਫਾਦਰ ਹੋ ਗਿਆ, ਨਹੀਂ ਹੁੰਦਾ। ਤੇ ਨਾ ਹੀ ਵੈਸੇ ਬਾਪ ਪਰ ਨਾ ਇਹ ਮਾਮਲਾ ਵੀ ਮਤਲਬ ਇਹੋ ਜਿਹਾ ਹੈ ਕਿ ਜਲਦੀ ਕਿਹਾ ਵੀ ਨਹੀਂ ਜਾਂਦਾ, ਉਹ ਨਹੀਂ ਕਿਹਾ ਜਾਂਦਾ, ਹਨਾ? ਔਖਾ ਜਿਹਾ ਕੰਮ ਹੈ। ਤੇ ਖੈਰ ਬੜਾ ਇਹ ਫੈਸਲਾ ਕਰਨਾ ਵੀ ਬੜਾ ਸੋਚ ਸਮਝ ਕੇ, ਬੜਾ ਚੀਜ਼ਾਂ ਨੂੰ ਸਮਝ ਕੇ ਵੇਖ ਕੇ ਤੇ ਧਿਆਨ ਦੇ ਨਾਲ ਕਰਨਾ, ਕਿਉਂਕਿ ਹਰ ਇੱਕ ਨੂੰ ਸਿਖਾਉਣ ਵਾਲੇ ਨੂੰ ਬਾਪ ਨਹੀਂ ਕਹਿ ਸਕਦੇ ਅਸੀਂ। ਪਰ ਰੂਹਾਨੀ ਦਾਇਰਾਕਾਰ ਦੇ ਵਿੱਚ ਜਿਹੜਾ ਤੁਹਾਡੀ ਪਰਵਰਿਸ਼ ਕਰਦਾ ਹੈ, ਜਿਹੜਾ ਤੁਹਾਨੂੰ ਡਿੱਗੀਆਂ ਨੂੰ ਚੁੱਕਦਾ ਹੈ, ਜਿਹੜਾ ਤੁਹਾਨੂੰ ਉਸ ਜਗ੍ਹਾ ਤੋਂ ਉਠਾਉਂਦਾ ਹੈ, ਖੜਾ ਕਰਦਾ ਹੈ ਤੇ ਤੁਹਾਨੂੰ ਲੈ ਕੇ ਚੱਲਦਾ ਹੈ, ਉਹ ਤੁਹਾਡਾ ਰੂਹਾਨੀ ਬਾਪ ਹੈ। ਹਾਲੇਲੂਇਆ। ਜਿਸਮਾਨੀ ਮਾਮਲਾ ਦੇ ਵਿੱਚ ਜਿਹੜਾ ਤੁਹਾਡਾ ਬਾਪ ਹੈ, ਉਹ ਤੁਹਾਡਾ ਬਾਪ ਹੈ, ਉਹ ਤੁਹਾਡੇ ਬੱਚਿਆਂ ਦਾ ਦਾਦਾ ਹੈ। ਉਹ ਇਸੇ ਤਰ੍ਹਾਂ ਹੀ ਉਹ ਥਲੜਿਆਂ ਦਾ ਹੋਰ ਤੇ ਮਤਲਬ ਉਹ ਦਾਦਾ ਪੜਦਾਦਾ ਇੰਜ ਕਰਕੇ ਚੱਲਦਾ ਹੈ। ਪਰ ਰੂਹਾਨੀ ਦਾਇਰਾਕਾਰ ਇਸ ਤਰ੍ਹਾਂ ਦਾ ਨਹੀਂ ਹੈ। ਜਿਸ ਤਰ੍ਹਾਂ ਮਿਸਾਲ ਦੇ ਤੌਰ ਤੇ ਅਸੀਂ ਦੁਆਏ ਰਬਾਨੀ ਪੜ੍ਹਨੇ ਆ ਨਾ ਤੇ ਅਸੀਂ ਦੁਆ ਕਰਨੇ ਆ ਤੇ ਕਹਿੰਦੇ ਐ ਹਮਾਰੇ ਬਾਪ ਤੂ ਜੋ ਅਸਮਾਨ ਪਰ ਹੈ। ਆਪਾਂ ਕੀ ਕਹਿ ਰਹੇ ਆ? ਐ ਹਮਾਰੇ ਬਾਪ। ਹੁਣ ਅਸੀਂ ਵੀ ਕਹਿ ਰਹੇ ਆ ਹਮਾਰੇ ਬਾਪ ਤੂ ਜੋ ਅਸਮਾਨ ਪਰ ਹੈ, ਸਾਡੇ ਬੱਚੇ ਵੀ ਕਹਿ ਰਹੇ ਨੇ ਹਮਾਰੇ ਬਾਪ ਤੂ ਜੋ ਅਸਮਾਨ ਪਰ ਹੈ, ਸਾਡੇ ਵੱਡੇ ਵੀ ਦੁਆ ਕਰਦੇ ਨੇ, ਉਹ ਵੀ ਕਹਿੰਦੇ ਨੇ ਐ ਹਮਾਰੇ ਬਾਪ। ਹਾਂ, ਅਗਰ ਅਸੀਂ ਇਹਨੂੰ ਦੁਨਿਆਵੀ ਨਿਜ਼ਾਮ ਤਰ੍ਹਾਂ ਵੇਖਾਂਗੇ ਨਾ ਤੇ ਫਿਰ ਤੇ ਅਸੀਂ ਇੰਜ ਨਹੀਂ ਕਹਿ ਸਕਾਂਗੇ। ਫਿਰ ਇਹ ਹੋ ਗਿਆ ਹਮਾਰੇ ਦਾਦਾ ਤੂ ਜੋ ਅਸਮਾਨ ਪਰ ਹੈ, ਐ ਹਮਾਰੇ ਪੜਦਾਦਾ ਤੂ ਜੋ ਅਸਮਾਨ ਪਰ ਹੈ, ਤੇਰਾ ਨਾਮ ਪਾਕ ਮਾਨਾ। ਇਸ ਤਰ੍ਹਾਂ ਚੱਲੇਗਾ ਨਾ ਫਿਰ ਤੇ ਇਹ ਤੇ ਜਿੰਨੀਆਂ ਪੁਸ਼ਤਾਂ ਤੇ 2000 ਸਾਲ ਗੁਜ਼ਰਿਆ ਤੇ ਜਿੰਨਾ ਟਾਈਮ ਹੋ ਗਿਆ, ਇਹ ਤੇ ਸਾਨੂੰ ਯਾਦ ਵੀ ਨਹੀਂ ਹੈ ਕਿ ਬਣਨਾ ਕੀ ਹੈ ਸਾਡਾ। ਇਹ ਤੇ ਗੱਲ ਬਹੁਤ ਅੱਗੇ ਤੱਕ ਜਾਣੀ ਹੈ। ਇਸ ਤੋਂ ਉਹ ਕੀ ਹੈ? ਅਸਮਾਨੀ ਬਾਪ। ਅਸਮਾਨੀ ਬਾਪ ਉਹ ਤੁਹਾਡਾ ਬਾਪ ਹੈ, ਉਹ ਤੁਹਾਡੀ ਰੂਹ ਦਾ ਬਾਪ ਹੈ। ਜਿਹੜਾ ਦੁਨਿਆਵੀ ਤੌਰ ਤੇ ਬਾਪ ਹੈ ਉਹ ਕੀ ਹੈ? ਦੁਨਿਆਵੀ ਤੌਰ ਤੇ ਉਹ ਸਾਡੇ ਜਿਸਮ ਦਾ ਬਾਪ ਹੈ।
ਤੇ ਜਿਸਮਾਨੀ ਸੂਰਤ-ਹਾਲ ਜਦੋਂ ਅਸੀਂ ਵੇਖਾਂਗੇ ਉਹ ਅਲੱਗ ਤਰ੍ਹਾਂ ਦੀ ਹੋਏਗੀ। ਤੇ ਉਸ ਤੋਂ ਬਾਅਦ ਜੇ ਇਹ ਵਾਲਾ ਬਾਪ ਆਏਗਾ ਜਿਹੜਾ ਈਮਾਨ ਦਾ ਬਾਪ ਹੈ, ਉਹਦਾ ਨਿਜ਼ਾਮ ਅਸਮਾਨੀ ਨਿਜ਼ਾਮ ਹੈ, ਤੇ ਜਦੋਂ ਉਹਦਾ ਨਿਜ਼ਾਮ ਆਏਗਾ ਤੇ ਉਹ ਸਪਿਰਚੁਅਲ ਫਾਦਰ ਹੀ ਹੋਏਗਾ, ਉਹ ਰੂਹਾਨੀ ਬਾਪ ਹੀ ਹੋਏਗਾ। ਉਹ ਉਹਦਾ ਵੀ ਬਾਪ, ਉਹ ਬੱਚਿਆਂ ਦਾ ਵੀ ਬਾਪ, ਉਹਦੇ ਬੱਚਿਆਂ ਦਾ ਵੀ ਬਾਪ। ਜੇ ਉਹ ਉਹਦੇ ਨੇ ਤੇ ਫਿਰ ਉਹ ਇਸ ਤਰ੍ਹਾਂ ਹੀ ਬਾਪ ਹੋਏਗਾ। ਹਾਲੇਲੂਇਆ, ਇਹ ਅਸਮਾਨੀ ਨਿਜ਼ਾਮ ਹੈ। ਹਾਲੇਲੂਇਆ, ਜ਼ੋਰਦਾਰ ਤਾਲੀਆਂ ਖੁਦਾਵੰਦ ਯਿਸੂ ਮਸੀਹ ਵਾਸਤੇ। ਇਹ ਪੋਜੀਸ਼ਨ ਹੈ, ਇਹ ਸਿਰਫ ਪੋਜੀਸ਼ਨ ਹੈ ਕਿ ਤੁਸੀਂ ਕਲਾਮ ਨੂੰ ਸਿੱਖ ਰਹੇ ਹੋ, ਸਮਝ ਰਹੇ ਹੋ, ਵਧ ਰਹੇ ਹੋ। ਇਹ ਸਿਰਫ ਡੈਜ਼ਿਗਨੇਸ਼ਨ ਹੈ, ਇੱਕ ਅਹੁਦਾ ਹੈ, ਹੋਰ ਇਹ ਕੁਝ ਵੀ ਨਹੀਂ ਹੈ। ਹਾਂ, ਪਰ ਇਹ ਇੱਜ਼ਤ ਦੇ ਮਾਮਲਾਤ ਨੇ ਤੇ ਕਲੀਸਿਆਈ ਤੌਰ ਤੇ ਰਹਿੰਦੇ ਹੋਏ ਸਾਨੂੰ ਹਰ ਇੱਕ ਦੀ ਪੋਜੀਸ਼ਨ ਨੂੰ ਸਮਝਣਾ ਪੈਣਾ ਹੈ। ਸਾਨੂੰ ਹਰ ਇੱਕ ਨੂੰ ਸਮਝਣਾ ਪੈਣਾ ਹੈ ਕਿ ਮੇਰਾ ਅਹੁਦਾ ਕੀ ਹੈ ਤੇ ਮੇਰੇ ਵਸੀਲੇ ਕਿਸੇ ਵਾਤੇ ਮੈਂ ਠੋਕਰ ਦਾ ਬਾਇਸ ਨਾ ਬਣ ਜਾਵਾਂ। ਇੱਕ ਆਖਰੀ ਹਵਾਲਾ ਜ਼ਬੂਰ ਜੋ ਅਸੀਂ ਦੇਖਾਂਗੇ, ਜ਼ਬੂਰ 133। ਉਹਦੀ ਪਹਿਲੀ आयत जी। देखो कैसी अच्छी और खुशी की बात है कि भाई बाहम मिलकर रहें। आमीन आमीन हालेलुया। ਹੁਣ ਬਾਈਬਲ ਦਾ ਕਾਨੂੰਨ ਕੀ ਹੈ ਕਿ ਕਿੱਡੀ ਅੱਛੀ ਤੇ ਖੁਸ਼ੀ ਦੀ ਗੱਲ ਏ ਕਿ ਭਰਾ ਕੀ ਕਰਨ, ਭਰਾ ਬਾਹਮ ਮਿਲ ਕੇ ਰਹਿਣ। ਹੁਣ ਇਹ ਭਰਾ ਕਿਹੜੇ ਨੇ? ਇਹ ਕਲੀਸਿਆਈ ਤੌਰ ਤੇ ਜਿਹੜੇ ਭਰਾ ਨੇ, ਇਹ ਉਹ ਭਰਾ ਨੇ ਜਿਨ੍ਹਾਂ ਨੇ ਕਲਾਮ ਨੂੰ ਸਿੱਖ ਲਿਆ ਏ, ਜਿਨ੍ਹਾਂ ਨੇ ਕਲਾਮ ਨੂੰ ਸਮਝਿਆ ਏ, ਜਿਨ੍ਹਾਂ ਨੇ ਕਲਾਮ ਨੂੰ ਜਾਣਿਆ ਏ, ਜਿਨ੍ਹਾਂ ਦੇ ਅੰਦਰ ਖੁਦਾ ਦਾ ਡਰ ਤੇ ਖੌਫ ਏ। ਇਹ ਕਰਨਗੇ ਕਿ ਇਹ ਮੁਕੱਦਮੇਬਾਜ਼ੀਆਂ ਦੇ ਵਿੱਚ ਨਹੀਂ ਪੈਣਗੇ, ਇਹ ਚੱਲਣਗੇ, ਇਹ ਹਮੇਸ਼ਾ ਬਰਦਾਸ਼ਤ ਕਰਨਗੇ ਤੇ ਆਪਣੀ ਜ਼ਿੰਦਗੀ ਗੁਜ਼ਾਰਨਗੇ। ਤੇ ਉਸ ਤੋਂ ਬਾਅਦ ਜਦੋਂ ਵੀ ਮੁਕੱਦਮੇ ਵਾਲਾ ਕੋਈ ਮਾਮਲਾ ਬਣੇ, ਸਭ ਤੋਂ ਪਹਿਲੇ ਤੇ ਕੋਸ਼ਿਸ਼ ਕਰਨ ਮੁਕੱਦਮਾ ਨਾ ਹੋਏ, ਆਪਸੀ ਫੈਸਲਾ ਆਪਸੀ ਸੁਲਝਾ ਕੇ ਜਿਹਦੀ ਗਲਤੀ ਹੋਏ ਉਹ ਮਾਫੀ ਮੰਗ ਕੇ ਚੱਲਣਾ ਸ਼ੁਰੂ ਕਰੇ। ਤੇ ਜਿੱਥੇ ਮੁਕੱਦਮੇ ਵਾਲਾ ਮਾਮਲਾ ਬਣੇ ਤੇ ਸਾਡੇ ਮੁਕੱਦਮੇ ਬੇਦੀਨਾਂ ਕੋਲ ਨਾ ਜਾਣ, ਬਲਕਿ ਕਲੀਸਿਆ ਦੇ ਵਿੱਚ ਜਿਹੜੇ ਮੁਕਰਰ ਕੀਤੇ ਗਏ ਨੇ ਉਹਨਾਂ ਦੇ ਕੋਲ ਆਣ। ਫਿਰ ਨਿੱਜੀ ਮਾਮਲਾਤ ਥੱਲੜੇ ਲੈਵਲ ਦੇ, ਉਤਲੇ ਲੈਵਲ ਦੇ, ਹਕੂਮਤੀ ਲੈਵਲ ਤੇ ਹਰ ਇੱਕ ਲਿਹਾਜ਼ ਦੇ ਨਾਲ ਜਿਹੜੇ ਮੁਕੱਦਮੇ ਨੇ ਉਹ ਕੀ ਕਰਨ? ਉਹ ਚੇਸ ਤੱਕ ਰਹਿਣ। ਤੇ ਫਿਰ ਉਹਦੀ ਵਜ੍ਹਾ ਭਲਾ ਕੀ ਹੈ? ਜਦੋਂ ਇਹ ਸਾਰੀਆਂ ਚੀਜ਼ਾਂ ਹੋਣਗੀਆਂ, ਦਬਾਅ 'ਚ ਰਿਹਾ ਜਾਏਗਾ। ਦਬਾਅ ਦੇ ਵਿੱਚ ਰਹਿ ਕੇ ਜਦੋਂ ਜ਼ਿੰਦਗੀ ਗੁਜ਼ਾਰੀ ਜਾਏਗੀ ਫਿਰ ਚੀਜ਼ਾਂ ਬਿਹਤਰ ਹੋਣਗੀਆਂ। ਹਾਲੇਲੂਇਆ। ਇਸ ਤੋਂ ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਪੋਜੀਸ਼ਨ ਨੂੰ ਸਮਝ ਗਏ, ਅਸੀਂ ਇਸ ਗੱਲ ਨੂੰ ਸਮਝ ਗਏ ਕਿ ਖੁਦਾ ਨੇ ਜੇ ਮੈਨੂੰ ਕੋਈ ਅਹੁਦਾ ਦਿੱਤਾ ਹੈ, ਖੁਦਾ ਨੇ ਜੇ ਕੋਈ ਮੈਨੂੰ ਪੋਜੀਸ਼ਨ ਦਿੱਤੀ ਹੈ, ਮੈਂ ਖੁਦਾ ਦੀ ਹਜ਼ੂਰੀ 'ਚ ਆਇਆ ਤੇ ਜੇ ਮੈਂ ਕਲੀਸਿਆਈ ਤੌਰ ਤੇ ਵੀ ਜ਼ਿੰਦਗੀ ਗੁਜ਼ਾਰ ਰਿਹਾ ਵਾਂ ਤੇ ਮੈਂ ਇਸ ਚੀਜ਼ ਨੂੰ ਵੇਖਾਂ ਕਿ ਮੇਰੀ ਪੋਜੀਸ਼ਨ ਕੀ ਹੋਣੀ ਚਾਹੀਦੀ ਹੈ। ਮੈਂ ਕੋਈ ਕੰਮ ਕਰਾਂ ਚਰਚ ਦਾ, ਮੈਂ ਕਿਸੇ ਕੰਮ ਦੇ ਵਿੱਚ ਹੱਥ ਵੰਡਾਵਾਂ, ਉਹਦੀ ਵਜ੍ਹਾ ਭਲਾ ਕੀ? ਕਿਉਂਕਿ ਚਰਚ ਉਹ ਜਗ੍ਹਾ ਹੈ ਜਿੱਥੇ ਬਾਦਸ਼ਾਹੀ ਦਾ ਕੰਮ ਕੀਤਾ ਜਾਂਦਾ ਹੈ, ਜਿੱਥੋਂ ਡਾਇਰੈਕਟ ਅਸਮਾਨ ਦੀ ਬਾਦਸ਼ਾਹੀ ਦਾ ਕਿਉਂਕਿ ਕੰਮ ਹੈ ਤੇ ਇਹ ਡਾਇਰੈਕਟ ਕੰਮ ਬਾਪ ਦਾ ਕੰਮ ਹੈ। ਹਾਲੇਲੂਇਆ, ਹਾਲੇਲੂਇਆ, ਜ਼ੋਰਦਾਰ ਤਾਲੀਆਂ ਖੁਦਾਵੰਦ ਯਿਸੂ ਮਸੀਹ ਵਾਸਤੇ। ਇਸ ਗੱਲ ਨੂੰ ਯਾਦ ਰੱਖਣਾ ਕਿ ਦੁਨੀਆਦਾਰੀ ਦੇ ਵਿੱਚ ਆਣਾ, ਦੁਨੀਆਦਾਰੀ ਦੇ ਵਿੱਚ ਆ ਕੇ ਸਿਰਫ ਇਹ ਕੰਮ ਨਹੀਂ ਹੈ ਕਿ ਅਸੀਂ ਰੋਟੀ ਕਮਾਈਏ, ਖਵਾਈਏ, ਬੱਚਿਆਂ ਨੂੰ ਪੜਾਈਏ, ਬੱਚੇ ਵਿਆਹੀਏ, ਮਰ ਜਾਈਏ। ਸਿਰਫ ਇਹ ਕੰਮ ਥੋੜਾ ਹੈ ਕਿ ਤੁਸੀਂ ਆਓ ਤੇ ਇਹ ਸਾਰੇ ਸੀਕੁਐਂਸ ਦੇ ਨਾਲ ਜਿਸ ਤਰ੍ਹਾਂ ਹਰ ਇੱਕ ਲੱਗਾ ਹੈ ਉਸ ਤਰ੍ਹਾਂ ਹੀ ਕਰੋ ਤੇ ਬਸ ਜਾਓ ਦੁਨੀਆ ਚੋਂ। ਕੰਮ ਕੀ ਹੈ? ਅਸੀਂ ਰਾਸਤਬਾਜ਼ ਬਣ ਕੇ ਜ਼ਿੰਦਗੀ ਗੁਜ਼ਾਰੀਏ ਤੇ ਬੱਚਿਆਂ ਨੂੰ ਰਾਸਤਬਾਜ਼ੀ ਦੇ ਕੇ ਜਾਈਏ, ਉਹਨਾਂ ਨੂੰ ਖੁਦਾ ਦੇ ਡਰ ਖੌਫ ਦੇ ਵਿੱਚ ਰਹਿ ਕੇ ਜ਼ਿੰਦਗੀ ਗੁਜ਼ਾਰਨਾ ਸਿਖਾ ਕੇ ਜਾਈਏ, ਤਾਂ ਕਿ ਤੁਹਾਡੇ ਜਾਣ ਤੋਂ ਬਾਅਦ ਵੀ ਰਾਸਤਬਾਜ਼ੀ ਦਾ ਕੰਮ ਪੂਰਾ ਹੁੰਦਾ ਰਹੇ, ਰਾਸਤਬਾਜ਼ੀ ਦੇ ਉੱਤੇ ਬੱਚੇ ਚੱਲਣ, ਬਾਪ ਦਾ ਨਾਂ ਉੱਚਾ ਹੋਏ ਤੇ ਖੁਦਾ ਦੇ ਡਰ ਤੇ ਖੌਫ ਦੇ ਵਿੱਚ ਰਹਿ ਕੇ ਲੋਕ ਜ਼ਿੰਦਗੀ ਗੁਜ਼ਾਰਨ ਵਾਲੇ ਬਣਨ। ਇਹ ਬਾਪ ਦੀ ਮਰਜ਼ੀ ਹੈ। ਬਾਪ ਇਹ ਚਾਹੁੰਦਾ ਹੈ ਕਿ ਲੋਕ ਉਹਦੇ ਡਰ ਖੌਫ ਦੇ ਵਿੱਚ ਰਹਿਣ। ਇਸੋਂ ਚਰਚ ਉਹ ਜਗ੍ਹਾ ਹੈ ਜਿਹੜੀ ਜਗ੍ਹਾ ਤੋਂ ਖੁਦਾ ਦੇ ਨਾਂ ਨੂੰ ਉੱਚਾ ਕੀਤਾ ਜਾਂਦਾ ਹੈ। ਹਾਲੇਲੂਇਆ, ਹਾਲੇਲੂਇਆ। ਇਸੋਂ ਚਰਚ ਹਮੇਸ਼ਾ ਆਪਣੇ ਕੰਮਾਂ ਨੂੰ ਕਰੇ। ਤੇ ਇਹ ਕਲਾਮ ਦਾ ਵੀ ਖੈਰ ਮਕਸਦ ਇਹ ਸੀ ਅਸੀਂ ਆਪਣੀਆਂ ਪੋਜੀਸ਼ਨਸ ਨੂੰ ਸਮਝੀਏ। ਬਾਈ ਦ ਗ੍ਰੇਸ ਆਫ ਗੋਡ ਖੁਦਾ ਨੇ ਚਰਚ ਦੀਆਂ ਹੱਦਾਂ ਨੂੰ ਵਧਾਇਆ ਏ ਤੇ ਅੱਜ ਖੁਦਾ ਦੇ ਫਜ਼ਲ ਦੇ ਨਾਲ ਅਸੀਂ ਫਸਟ ਆਪਣੀ ਸਰਵਿਸ ਜਿਹੜੀ ਉਹ ਯੋਹਾਨਾਬਾਦ ਦੇ ਵਿੱਚ ਕਰਨ ਜਾ ਰਹੇ ਹਾਂ, ਲਾਹੌਰ 'ਚ ਕਰਨ ਜਾ ਰਹੇ ਹਾਂ। ਤੇ ਮੇਰੇ ਵਾਸਤੇ ਬੜੀ ਪੁਰਮਸਰਤ ਗੱਲ ਏ ਤੇ ਉਹ ਇਸ ਤੋਂ ਕਿਉਂਕਿ ਮੈਨੂੰ ਇਸ ਗੱਲ ਦਾ ਪਤਾ ਹੈ
ਕਿ ਇੱਕੋ ਟਾਈਮ ਸੀ ਕਿ ਜਦੋਂ ਮੈਂ ਸ਼ੇਅਰ ਕਰ ਰਿਹਾ ਸੀ ਭਾਈਆਂ ਦੇ ਨਾਲ ਵੀ ਕਿ ਇੱਕੋ ਟਾਈਮ ਸੀ ਕਿ ਜਦੋਂ ਇੱਥੇ ਇੰਤਜ਼ਾਰ ਹੋ ਰਿਹਾ ਹੁੰਦਾ ਸੀ ਤੇ ਟੀਮ ਜੋਹਾਨਾਬਾਦੋਂ ਆ ਰਹੀ ਹੁੰਦੀ ਸੀ ਇੱਥੇ ਸਹਾਣ ਵਾਤੇ, ਤੇ ਖੁਦਾ ਦੇ ਫਜ਼ਲ ਦੇ ਨਾਲ ਹੁਣ ਇੰਤਜ਼ਾਰ ਉੱਥੇ ਹੋ ਰਿਹਾ, ਟੀਮ ਇੱਥੋਂ ਜਾ ਰਹੀ ਹੈ, ਟੀਮ ਇੱਥੋਂ ਜਾ ਰਹੀ ਹੈ। ਮਤਲਬ ਕਿ ਖੁਦਾ ਕਿਸ ਤਰ੍ਹਾਂ ਚੀਜ਼ਾਂ ਨੂੰ ਬਦਲ ਸਕਦਾ ਹੈ, ਚੇਂਜ ਕਰ ਸਕਦਾ ਹੈ। ਤੇ ਇਹ ਉਹੀ ਵਜ੍ਹਾ ਹੈ ਕਿ ਮਸੀਹ ਦੇ ਨਾਲ ਵਫਾਦਾਰ ਰਵੋਗੇ ਤੁਸੀਂ, ਜ਼ਿੰਦਗੀਆਂ ਨੂੰ ਬਦਲਿਆ ਵੇਖੋਗੇ। ਹਾਲਾਤ ਪਹਿਲੇ ਹੋਰ ਤਰ੍ਹਾਂ ਦੇ ਸੀ, ਹੁਣ ਹੋਰ ਤਰ੍ਹਾਂ ਦੇ ਨੇ। ਚੀਜ਼ਾਂ ਬਿਹਤਰ ਕਿਸ ਤਰ੍ਹਾਂ ਹੁੰਦੀਆਂ? ਚੀਜ਼ਾਂ ਬਿਹਤਰ ਉਦੋਂ ਹੋਣਗੀਆਂ ਜਦੋਂ ਅਸੀਂ ਬਿਹਤਰ ਕਰਾਂਗੇ, ਜਦੋਂ ਅਸੀਂ ਕਲਾਮ ਨੂੰ ਜਾਣਾਂਗੇ, ਜਦੋਂ ਅਸੀਂ ਖੁਦਾ ਨੂੰ ਜਾਣਾਂਗੇ। ਤੇ ਖੁਦਾ ਨੇ ਸਾਡੀਆਂ ਹੱਦਾਂ ਨੂੰ ਵਧਾਇਆ ਹੈ। ਇਸੋਂ ਖੁਦਾਵੰਦ ਦੀ ਸ਼ੁਕਰਗੁਜ਼ਾਰੀ ਇਹਨਾਂ ਚੀਜ਼ਾਂ ਵਾਸਤੇ। ਤੇ ਚੂੰਕਿ ਉਹਨੇ ਹੱਦਾਂ ਨੂੰ ਵਧਾਇਆ ਹੈ, ਸਾਨੂੰ ਜ਼ਿੰਮੇਦਾਰ ਜ਼ਿਆਦਾ ਹੋਣਾ ਪਏਗਾ, ਸਾਨੂੰ ਮਿਹਨਤ ਕਰਨ ਵਾਲੇ ਜ਼ਿਆਦਾ ਹੋਣਾ ਪਏਗਾ। ਯਾਦ ਰੱਖਣਾ, ਕਦੀ ਵੀ ਪਿਓ ਆਪਣੇ ਬੱਚਿਆਂ ਨੂੰ ਉਹ ਪੋਜੀਸ਼ਨ ਨਹੀਂ ਦਿੰਦਾ ਜਿਹੜੀ ਪੋਜੀਸ਼ਨ ਉਹ ਸੰਭਾਲ ਨਾ ਸਕਣ। ਹਾਂ, ਜੇ ਬਾਪ ਨੇ ਸਾਨੂੰ ਇਹ ਇੱਜ਼ਤ ਦਿੱਤੀ ਹੈ ਕਿ ਅਸੀਂ ਜਾ ਕੇ ਉੱਥੇ ਵੀ ਕੰਮ ਕਰੀਏ, ਤੇ ਉਹਨੇ ਇੱਜ਼ਤ ਦਿੱਤੀ ਹੈ ਸਾਨੂੰ। ਹਾਲੇਲੂਇਆ। ਅਸੀਂ ਕੰਮ ਇਸ ਤਰ੍ਹਾਂ ਕਰੀਏ ਕਿ ਉਹ ਸਾਨੂੰ ਹੋਰ ਜਗ੍ਹਾਵਾਂ ਦੇਵੇ। ਹਾਲੇਲੂਇਆ। ਉਹ ਸਾਨੂੰ ਹੋਰ ਰੂਹਾਂ ਦੇ, ਤੇ ਅਸੀਂ ਰੂਹਾਂ ਬਚਾਉਂਦੇ ਅਸਮਾਨ ਦੀ ਬਾਦਸ਼ਾਹੀ ਤੱਕ ਉਹਨਾਂ ਨੂੰ ਲੈ ਕੇ ਜਾਈਏ, ਤੇ ਯਿਸੂ ਮਸੀਹ ਆਏ ਤੇ ਅਸੀਂ ਖੁਸ਼ੀ ਦੇ ਨਾਲ ਉਹਦਾ ਇਸਤਕਬਾਲ ਕਰ ਸਕੀਏ। ਹਾਲੇਲੂਇਆ। ਇਹ ਮਕਸਦ ਇਸ ਚੀਜ਼ ਦਾ। ਇਸੋਂ ਆਪਾਂ ਛੋਟਾ ਚਰਚ ਨਹੀਂ ਆ, ਆਪਾਂ ਬਹੁਤ ਵੱਡਾ ਚਰਚ ਆ। ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇਹ ਨਜ਼ਰ ਆ ਜਾਏਗਾ। ਹਾਲੇਲੂਇਆ, ਹਾਲੇਲੂਇਆ। ਆਪਣੇ ਪੋਜੀਸ਼ਨਸ ਨੂੰ ਸਮਝ ਗਏ। ਉਸ ਤੋਂ ਬਾਅਦ ਇੱਕ ਗੱਲ ਯਾਦ ਰੱਖਣਾ, ਉਹ ਹੈ ਕਿ ਸਾਡਾ ਮੇਨ ਚਰਚ ਜਿਹੜਾ, ਉਹਨੂੰ ਹੈੱਡਕੁਆਟਰ ਕਵੋ, ਹੈੱਡ ਆਫਿਸ ਕਵੋ, ਜਿਹੜਾ ਸਾਡਾ ਹੈੱਡ ਚਰਚ ਜਿਹੜਾ ਸਾਡਾ, ਉਹ ਸਾਡਾ ਇੱਥੇ ਹੀ ਬਣੇਗਾ। ਉਹ ਸਾਡਾ ਇੱਥੇ ਹੀ ਬਣੇਗਾ। ਉਹ ਐ ਨਹੀਂ ਕਿ ਅਸੀਂ ਕਿਤੇ ਹੋਰ ਚੱਲੇ ਆ ਤਾਂ ਉੱਥੇ ਜਾ ਕੇ ਬਣਾ, ਉਹ ਬਣੇਗਾ ਇੱਥੇ ਹੀ। ਹਾਂ, ਮਾਮੂ ਗੁਜਰ ਚ ਬਣੇ, ਗਿਰਦੋਨਵਾ ਲਾਗੇ ਤਾਗੇ ਕਿਤੇ ਵੀ ਬਣੇ, ਉਹ ਬਣੇਗਾ ਤੇ ਜ਼ਬਰਦਸਤ ਬਣੇਗਾ। ਤੇ ਉਸ ਤੋਂ ਬਾਅਦ ਜਦੋਂ ਕੋਈ ਵੱਡਾ ਇਜਤਮਾ ਹੋਏਗਾ, ਲਾਈਕ ਵੱਡੇ ਦਿਨ ਦੀ ਇਬਾਦਤ ਜਾਂ ਕੋਈ ਵੱਡੀ ਇਬਾਦਤ ਹੋਏਗੀ, ਉਹ ਅਸੀਂ ਮੋਸਟਲੀ ਇੱਕੋ ਜਗ੍ਹਾ ਤੇ, ਉਸੇ ਹੀ ਜਗ੍ਹਾ ਤੇ ਕਰਿਆ ਕਰਾਂਗੇ। ਹਾਲੇਲੂਇਆ। ਉਸੇ ਦੇ ਲਾਈਕ ਅਸੀਂ ਚਰਚ ਬਣਾਉਂਦੇ ਆ, ਸਟਾਰਟ ਕਰਨੇ ਆ, ਸਾਡੀ ਵੱਡੀ ਜਿਹੜੀ ਇਬਾਦਤ ਹੋਏਗੀ, ਸਾਡੀ ਕ੍ਰਿਸਮਸ ਦੀ ਸੈਲੀਬ੍ਰੇਸ਼ਨ ਜਿਹੜੀ ਕਿ ਉਹ ਇੱਥੇ ਹੋਇਆ ਕਰੇਗੀ। ਗੱਡੀਆਂ ਉੱਥੋਂ ਆਣ ਕਰਨਗੀਆਂ ਇੱਥੇ ਸੈਲੀਬ੍ਰੇਸ਼ਨ ਵਾਸਤੇ। ਹਾਲੇਲੂਇਆ। ਇਬਾਦਤਾਂ ਅਸੀਂ ਕਰ ਰਹੇ ਹੋਵਾਂਗੇ, ਇਬਾਦਤਾਂ ਅਸੀਂ ਕਰਾਂਗੇ, ਪਰ ਹੈਡ ਜਿਹੜਾ ਉਹ ਇਹੀ ਹੋਏਗਾ। ਹਾਲੇਲੂਇਆ। ਹਾਂ, ਸਾਡੀ ਕ੍ਰੋਸਓਵਰ ਨਾਈਟ ਹੈ ਉਹ ਇੱਥੇ ਹੋਇਆ ਕਰੇਗੀ। ਹਾਲੇਲੂਇਆ। ਉਸ ਤੋਂ ਬਾਅਦ ਅਸੀਂ ਬਾਹਰ ਨਿਕਲ ਕੇ ਜਿਹੜੀਆਂ ਦੁਆਵਾਂ ਕਰ ਰਹੇ ਹੋਵਾਂਗੇ, ਉਹ ਸਿਰਫ ਲੋਕਾਂ ਨੂੰ ਤਿਆਰ ਕਰ ਰਹੇ ਹੋਵਾਂਗੇ। ਮੇਜਰ ਪੁਆਇੰਟ ਜਿਹੜਾ ਸਾਡਾ, ਜਿੱਥੇ ਅਸੀਂ ਇੱਕ ਪ੍ਰੋਪਰ ਦੁਆ ਦਾ ਮਜ਼ਬਾ ਬਣਾਉਣਾ ਹੈ, ਉਹ ਉਹੀ ਜਗ੍ਹਾ ਹੋਏਗੀ ਜਿਹੜੀ ਅਸੀਂ ਜਗ੍ਹਾ ਲੈ ਕੇ, ਜਿਹੜੀ ਜਗ੍ਹਾ ਖੁਦਾ ਸਾਨੂੰ ਮੁਹੱਈਆ ਕਰੇਗਾ, ਉਹੀ ਅਸੀਂ ਬਣਾਵਾਂਗੇ। ਤੇ ਫਿਰ ਦੁਆ ਦਾ ਉਹ ਲੈਵਲ ਉੱਤੇ ਹੋਏਗਾ ਕਿ ਖੁਦਾਵੰਦ ਦੇ ਫਜ਼ਲ ਦੇ ਨਾਲ ਜ਼ਿੰਦਗੀਆਂ ਬਦਲਣਗੀਆਂ। ਹਾਲੇਲੂਇਆ। ਤੇ ਲੋਕ ਆਰਜ਼ੂਮੰਦ ਹੋਣਗੇ ਕਿ ਉਸ ਜਗ੍ਹਾ ਤੇ ਜਾ ਕੇ ਦੁਆ ਕਰਕੇ ਆਈਏ। ਹਾਲੇਲੂਇਆ। ਤੇ ਖੁਦਾਵੰਦ ਯਿਸੂ ਮਸੀਹ ਦੀ ਸ਼ੁਕਰ। ਇਸ ਤੋਂ ਆਪਣੇ ਜ਼ਿਹਨਾਂ ਨੂੰ ਵੱਡਾ ਕਰੋ, ਆਪਣੀਆਂ ਸੋਚਾਂ ਨੂੰ ਵੱਡਾ ਕਰੋ ਕਿ ਖੁਦਾ ਨੇ ਸਾਨੂੰ ਕਿਸੇ ਵੱਡੇ ਪਲਾਨ ਵਾਸਤੇ ਬਣਾਇਆ ਹੈ। ਅਸੀਂ ਸਿਰਫ ਉਹ ਨਹੀਂ ਆ ਕਿ ਜਿਹੜੇ ਰਵਾਇਤੀ ਤੌਰ ਤੇ ਆਏ ਤੇ ਜਿਨ੍ਹਾਂ ਨੇ ਆ ਕੇ ਚੀਜ਼ਾਂ ਨੂੰ ਵੇਖਿਆ ਤੇ ਕੀਤਾ, ਤੇ ਰਸਮੀ ਤੌਰ ਤੇ ਅਸੀਂ ਉਹ ਲੋਕ ਆ ਜਿਹੜੇ ਨਿਜ਼ਾਮ ਬਦਲਣਗੇ, ਜਿਹੜੇ ਚੀਜ਼ਾਂ ਨੂੰ ਬਦਲਣਗੇ। हालेलुया, हालेलुया। हम आखिरी ज़माना में हैं और खुदा का कलाम ज़्यादा से ज़्यादा लोगों तक पहुंचाना ज़रूरी है। हो सकता है आपका एक शेयर किसी के ईमान को मजबूत करे और किसी ज़िंदगी को यीशु मसीह के करीब ले आए। वीडियो को लाइक और शेयर करें, अपनी राय कमेंट में ज़रूर लिखें और अर्थ टू हेवन मिनिस्ट्री के चैनल को सब्सक्राइब करके बेल आइकन को दबाएं ताकि हर आने वाली वीडियो सबसे पहले आप तक पहुंचे। जय मसीह की।